ਯੁਵਾਨੀ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਪ੍ਰਿਯੰਕਾ ਜੈਨ। ਇੱਕ ਦੇਸ਼ ਦਾ ਜਿਹੜਾ ਯੁਵਾ ਹੁੰਦਾ ਹੈ ਉਹ ਦੇਸ਼ ਨੂੰ ਚੰਗੇ ਪਾਸੇ ਵੀ ਲਿਜਾ ਸਕਦਾ ਹੈ ਤੇ ਉਹ ਦੇਸ਼ ਨੂੰ ਮਾੜੇ ਪਾਸੇ ਵੀ ਲਿਜਾ ਸਕਦਾ ਹੈ, ਕਿਉਂਕਿ ਇੱਕ ਦੇਸ਼ ਦਾ ਜਿਹੜਾ ਯੁਵਾ ਹੁੰਦਾ ਹੈ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਨੌਜਵਾਨਾਂ ਵਿੱਚ ਵੱਧ ਰਹੀਆਂ ਅਪਰਾਧਿਕ ਪ੍ਰਵਿਰਤੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਨੌਜਵਾਨਾਂ ਨੂੰ, ਇਸ ਮੁੱਦੇ ਨੂੰ ਲੈ ਕੇ ਅੱਜ ਆਪਣੇ ਸਟੂਡੀਓ ਵਿੱਚ ਮੌਜੂਦ ਨੇ ਕਵਲਪ੍ਰੀਤ ਕੌਰ ਜੋ ਕਿ ਇੱਕ ਸਟੂਡੈਂਟ ਨੇ, ਸੌਰਵ ਉਹ ਵੀ ਇੱਕ ਸਟੂਡੈਂਟ ਨੇ ਤੇ ਰਾਜਵਿੰਦਰ ਕੌਰ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ। ਤੁਹਾਡੇ ਤਿੰਨਾਂ ਦਾ ਅੱਜ ਸਟੂਡੀਓ ਵਿੱਚ ਆਉਣ ਤੇ ਬਹੁਤ-ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਯੁਵਾਵਾਂ ਵਿੱਚ ਕ੍ਰਾਈਮ ਰੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਧਣ ਦੇ ਕੀ ਕਾਰਨ ਨੇ? ਇਹਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਨਹੀਂ ਮਿਲ ਰਹੀ ਤੇ ਇਹਦਾ ਸਭ ਤੋਂ ਪਹਿਲਾ ਕਾਰਨ ਬੇਰੁਜ਼ਗਾਰੀ ਮੈਨੂੰ ਲੱਗਦਾ ਹੈ ਕਿ ਬੇਰੁਜ਼ਗਾਰੀ ਕਾਰਨ ਜਿਹੜੀ ਨੌਜਵਾਨਾਂ ਦੀ ਕਾਬਲੀਅਤ ਹੈ ਉਹ ਉਸ ਨੂੰ ਸਹੀ ਢੰਗ ਨਾਲ ਵਰਤ ਨਹੀਂ ਪਾ ਰਹੇ। ਜਿਸ ਹਿਸਾਬ ਨਾਲ ਉਹ ਪੜ੍ਹੇ ਲਿਖੇ ਹੁੰਦੇ ਹਨ ਉਸ ਹਿਸਾਬ ਦੀਆਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਜਿਸ ਕਾਰਨ ਕਰਕੇ ਜਿਹੜਾ ਉਹਨਾਂ ਵਿੱਚ ਖਲਾ ਆਉਂਦਾ ਹੈ ਉਸ ਨੂੰ ਭਰਨ ਲਈ ਗਲਤ ਪਾਸਿਆਂ ਵੱਲ ਤੁਰ ਜਾਂਦੇ ਹਨ, ਜਿਵੇਂ ਕਿ ਨਸ਼ੇ ਹੋ ਗਏ, ਗੈਂਗਸਟਰ, ਇੱਦਾਂ ਦੀਆਂ ਗਤੀਵਿਧੀਆਂ ਵਿੱਚ ਉਹ ਹਿੱਸਾ ਲੈਣਾ ਸ਼ੁਰੂ ਕਰ ਦਿੰਦੇ ਹਨ ਕਿ ਕਿਤੇ ਇਹਨਾਂ ਵਿੱਚ ਹੀ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਹੋ ਜਾਵੇਗੀ। ਤੇ ਰਾਜਵਿੰਦਰ, ਤੁਹਾਨੂੰ ਕੀ ਲੱਗਦਾ ਹੈ ਕਿ ਯੁਵਾਵਾਂ ਵਿੱਚ ਅਪਰਾਧਿਕ ਗਤੀਵਿਧੀਆਂ ਕਿਉਂ ਵੱਧ ਰਹੀਆਂ ਨੇ? ਮੈਮ, ਸਭ ਤੋਂ ਪਹਿਲੇ ਤਾਂ ਮੈਨੂੰ ਲੱਗਦਾ ਇੱਕ ਬੜਾ ਹੀ ਗੰਭੀਰ ਵਿਸ਼ਾ ਹੈਗਾ ਜਿਹੜਾ ਕਿ ਸਾਡੇ ਸਮਾਜ 'ਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ। ਅਤੇ ਮੈਨੂੰ ਲੱਗਦਾ ਸਾਡਾ ਸਮਾਜ ਸਿਰਜ ਸਹੀ ਦਿਸ਼ਾ 'ਚ ਤਾਂ ਹੁੰਦਾ ਜੇ ਸਾਡੀ ਨੌਜਵਾਨੀ ਸਹੀ ਦਿਸ਼ਾ 'ਚ ਚੱਲਦੀ ਹੈ। ਅਤੇ ਮੈਨੂੰ ਲੱਗਦਾ ਜੇ ਨੌਜਵਾਨਾਂ ਦੀ ਗੱਲ ਕਰਨ ਲੱਗਿਆ ਤਾਂ ਨੌਜਵਾਨਾਂ ਦੀ ਜਿਹੜੀ ਬਿਰਤੀ, ਜੋ ਉਹਨਾਂ ਦਾ ਵਤੀਰਾ ਹੈਗਾ, ਉਹ ਨੌਜਵਾਨੀ ਤੋਂ ਕੁਝ ਸਮਾਂ ਪਹਿਲਾਂ ਜਦੋਂ ਕਿਸ਼ੋਰ ਅਵਸਥਾ 'ਚ ਹੁੰਦੇ ਉਦੋਂ ਬਣਨਾ ਸ਼ੁਰੂ ਹੋ ਜਾਂਦਾ ਹੈ। ਉਸ ਸਮੇਂ ਉਹਨਾਂ ਦੀ ਮਨੋਸਥਿਤੀ ਜਿਹੜੀ ਬਹੁਤ ਤੇਜ਼ੀ ਨਾਲ ਬਦਲਦੀ ਹੈ ਅਤੇ ਉਹਦੇ 'ਤੇ ਉਹਨਾਂ ਦੇ ਘਰ ਪਰਿਵਾਰ, ਉਹਨਾਂ ਦੇ ਆਲੇ ਦੁਆਲੇ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਮਾਜਿਕ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਦੀ ਮਨੋਸਥਿਤੀ ਨੂੰ ਪ੍ਰਭਾਵਿਤ ਕਰਦੀਆਂ। ਅਤੇ ਮੈਨੂੰ ਲੱਗਦਾ ਜਦੋਂ ਆਪਾਂ ਨੌਜਵਾਨਾਂ ਦੀ ਮਨੋਸਥਿਤੀ ਦਾ ਆਂਕਲਨ ਕਰਦੇ ਹਾਂ ਅਤੇ ਅਕਸਰ ਆਪਾਂ ਸਿਰਫ ਸਤ੍ਹਾ 'ਤੇ ਰਹਿ ਜਾਂਦੇ ਹਾਂ, ਜਦੋਂ ਕਿ ਆਪਾਂ ਨੂੰ ਉਹਨਾਂ ਦੇ ਅਚੇਤ ਮਨ 'ਚ ਪਈਆਂ ਜਿਹੜੀਆਂ ਚੀਜ਼ਾਂ ਉਹਨਾਂ 'ਤੇ ਅਸਰ ਕਰਦੀਆਂ ਉੱਥੋਂ ਤੱਕ ਆਪਾਂ ਨਹੀਂ ਪਹੁੰਚ ਪਾਉਂਦੇ। ਅਤੇ ਮੈਨੂੰ ਲੱਗਦਾ ਅਪਰਾਧਿਕ ਗਤੀਵਿਧੀਆਂ ਨੌਜਵਾਨਾਂ ਦੀ ਬਿਰਤੀ 'ਚ ਵਧਣ ਦਾ ਕਾਰਨ ਜਿਹੜਾ ਹੈ ਨਾ, ਉਹ ਨੌਜਵਾਨੀ ਤੋਂ ਕੁਝ ਸਮਾਂ ਪਹਿਲਾਂ ਜਦੋਂ ਉਹਨਾਂ ਦਾ ਮਨੋਸਥਿਤੀ ਬਦਲਦੀ ਹੈ ਉਹਦੇ 'ਚ ਪਈਆਂ ਨੇ। ਇਹਦਾ ਸਭ ਤੋਂ ਵੱਡਾ ਕਾਰਨ ਤੇ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਜਦੋਂ ਬੱਚਾ ਵੱਡਾ ਹੁੰਦਾ ਹੈ, ਜੇ ਉਹਦੇ ਆਲੇ ਦੁਆਲੇ ਉਹਦੇ ਘਰ ਪਰਿਵਾਰ ਦੇ ਵਿੱਚ ਹਿੰਸਕ ਵਰਤਾਰਾ, ਹਿੰਸਕ ਵਾਤਾਵਰਨ ਉਹਨਾਂ ਨੂੰ ਮਿਲਦਾ ਹੈ ਤੇ ਬੱਚੇ ਦੀ ਪ੍ਰਵਿਰਤੀ 'ਚ ਹਿੰਸਾ ਦਾ ਆ ਜਾਣਾ ਸੁਭਾਵਿਕ ਹੋ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਬੱਚਾ ਘਰੋਂ ਨਿਕਲਦਾ ਹੈ, ਕਾਲਜ ਯੂਨੀਵਰਸਿਟੀਆਂ ਵਿੱਚ ਜਾਂਦਾ ਹੈ, ਤੇ ਅੱਜ ਕੱਲ੍ਹ ਆਪਾਂ ਅਕਸਰ ਵੇਖਦੇ ਹਾਂ ਕਿ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ ਉਹ ਸਟੂਡੈਂਟ ਪੋਲੀਟਿਕਸ ਨੂੰ ਲੈ ਕੇ ਹੁੰਦੀਆਂ। ਜਿਹੜੀ ਵਿਦਿਆਰਥੀ ਰਾਜਨੀਤੀ ਹੈ ਨਾ ਕਿਤੇ ਜ਼ਰੂਰੀ ਵੀ ਹੈ, ਕਿਉਂਕਿ ਵਿਦਿਆਰਥੀਆਂ ਦੇ ਵਿੱਚ ਇਹ ਜਾਗਰੂਕਤਾ ਅਤੇ ਆਪਣੇ ਸਮਾਜ ਨੂੰ ਸਿਰਜਣ ਦੇ ਲਈ ਉਹ ਪ੍ਰਵਿਰਤੀ ਦਾ ਹੋਣਾ ਜ਼ਰੂਰੀ ਹੈ, ਪਰ ਉਹ ਸਹੀ ਦਿਸ਼ਾ 'ਚ ਚੱਲਣ ਨਾਲੋਂ ਗਲਤ ਦਿਸ਼ਾ 'ਚ ਜ਼ਿਆਦਾ ਚੱਲਦੀ ਹੈ। ਜਿਹਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਨੌਜਵਾਨਾਂ ਨੂੰ ਜਿਹੜੀ ਰੁਤਬੇ ਦੀ ਜਾਂ ਵਿਖਾਵੇ ਦੀ ਦੌੜ ਹੈ ਨਾ, ਉਹ ਬੜੀ ਛੇਤੀ ਪ੍ਰਭਾਵਿਤ ਕਰਦੀ ਹੈ। ਅਤੇ ਜਦੋਂ ਕਾਲਜ ਯੂਨੀਵਰਸਿਟੀਆਂ 'ਚ ਪ੍ਰਧਾਨਗੀਆਂ ਦੇ ਇਲੈਕਸ਼ਨ ਹੁੰਦੇ ਹੈ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਰਾਜਨੀਤਿਕ ਹੱਲਾਸ਼ੇਰੀ ਮਿਲਦੀ ਹੈ ਅਤੇ ਉਹ ਗੁੱਟ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਉਹ ਗੁੱਟਬਾਜ਼ੀ ਉੱਥੋਂ ਸ਼ੁਰੂ ਹੁੰਦੀ ਹੈ ਅਤੇ ਉਸ ਸਮੇਂ ਵਿਦਿਆਰਥੀਆਂ ਨੂੰ ਇਹ ਲੱਗਦਾ ਹੈ ਕਿ ਉਹ ਸਮਾਂ ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਸਾਡੇ ਹੱਥ 'ਚ ਕਿਸੇ ਨਾ ਕਿਸੇ ਤਰ੍ਹਾਂ ਦਾ ਰੁਤਬਾ ਹੈ, ਸਾਡੀ ਗੱਲ ਮੰਨੀ ਜਾਂਦੀ ਹੈ, ਅਤੇ ਉਹ ਚੀਜ਼ਾਂ ਉੱਥੋਂ ਸ਼ੁਰੂ ਹੋ ਕੇ ਗਲਤ ਦਿਸ਼ਾ ਵੱਲ ਨੂੰ ਚੱਲਣ ਲੱਗ ਜਾਂਦੀਆਂ ਜਦੋਂ ਉਹਨਾਂ ਨੂੰ ਤਾਕਤ ਦਾ ਨਸ਼ਾ ਹੋਣਾ ਸ਼ੁਰੂ ਹੋ ਜਾਂਦਾ ਇੱਕ ਤਰੀਕੇ ਦੇ ਨਾਲ। ਉਦੋਂ ਉਸ ਸਮੇਂ ਉਹਨਾਂ ਨੂੰ ਨਤੀਜਿਆਂ ਦੀ ਜਿਹੜੀ ਜਾਣਕਾਰੀ ਉਹ ਨਹੀਂ ਹੁੰਦੀ। ਅਤੇ ਮੈਨੂੰ ਲੱਗਦਾ ਜਦੋਂ ਤੁਸੀਂ ਕੋਈ ਕੰਮ ਬਿਨਾਂ ਨਤੀਜੇ ਦੀ ਜਾਣਕਾਰੀ ਦੇ ਕਰਦੇ ਹੋ ਉਦੋਂ ਤੁਸੀਂ ਗਲਤ ਦਿਸ਼ਾ 'ਚ ਚੱਲਣਾ ਸ਼ੁਰੂ ਕਰ ਦਿੰਦੇ ਹੋ। ਉਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ। ਸਮਾਜਿਕ ਅਨਿਆਂ 'ਚੋਂ ਵੀ ਮੈਨੂੰ ਲੱਗਦਾ ਜਿਹੜੀ ਨਾ ਬਰਾਬਰਤਾ ਹੈ ਨਾ, ਉਹ ਅਪਰਾਧ ਨੂੰ ਜਨਮ ਦਿੰਦੀ ਹੈ। ਅਤੇ ਇਹ ਸਾਰੀਆਂ ਚੀਜ਼ਾਂ 'ਤੇ ਗੰਭੀਰ ਤਰੀਕੇ ਦੇ ਨਾਲ ਵਾਰਤਾਲਾਪ ਹੋਣਾ ਅਤੇ ਉਹਦੇ ਸਲਿਊਸ਼ਨ ਕੱਢਣਾ ਇੱਕ ਬਹੁਤ ਜ਼ਰੂਰੀ ਲੋੜ ਹੈ ਇਸ ਸਮੇਂ ਦੀ, ਕਿਉਂਕਿ ਜੇ ਸਾਡੀ ਨੌਜਵਾਨੀ ਸਹੀ ਦਿਸ਼ਾ 'ਚ ਜਾਏਗੀ ਤਾਂ ਹੀ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਦੇ ਹਾਂ। ਜਿੱਦਾਂ ਰਾਜਵਿੰਦਰ ਨੇ ਗੱਲ ਕੀਤੀ ਆਪਣੇ ਸਵਾਲ ਦੇ ਵਿੱਚ, ਉਹਨਾਂ ਨੇ ਜਵਾਬ ਦਿੱਤਾ ਕਿ ਸ਼ੋਅ ਆਫ ਦੇ ਉੱਤੇ ਅੱਜ ਕੱਲ੍ਹ ਦਾ ਯੁਵਾ ਪੀੜ੍ਹੀ ਹੈ ਜਿਹੜੀ ਜ਼ਿਆਦਾ ਵਿਸ਼ਵਾਸ ਕਰਦੀ ਹੈ। ਅਗਰ ਇੱਕ ਯੁਵਾ ਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਹੈ, ਉਹ ਉਸਨੂੰ ਚੰਗਿਆਈ ਵੱਲ ਵੀ ਲਿਜਾ ਸਕਦੀ ਹੈ ਅਤੇ ਬੁਰਾਈ ਵੱਲ ਵੀ ਲਿਜਾ ਸਕਦੀ ਹੈ। ਅਤੇ ਸੌਰਵ, ਤੁਹਾਡਾ ਕੀ ਕਹਿਣਾ ਹੈ ਇਸ ਪ੍ਰਸ਼ਨ ਦੇ ਬਾਰੇ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਯੁਵਾਵਾਂ ਵਿੱਚ ਵੱਧਦਾ ਜਿਹੜਾ ਸ਼ੋਅ ਆਫ ਹੈ ਉਹਨਾਂ ਨੂੰ ਅਪਰਾਧਿਕ ਗਤੀਵਿਧੀਆਂ ਵੱਲ ਤੋਰ ਰਿਹਾ? ਜਿਹੜੇ ਯੁਵਾਵਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ੋਅ ਆਫ ਦੀ ਪ੍ਰਵਿਰਤੀ ਜਿਹੜੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਇਹ ਵੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਕਾਫੀ ਸਹਿਯੋਗ ਕਰ ਰਿਹਾ ਹੈ ਉਹਨਾਂ ਨੂੰ। ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਸਾਡੇ ਪੰਜਾਬੀ ਕਲਚਰ ਦੇ ਵਿੱਚ ਇੱਕ ਪਾਸੇ ਜਿੱਥੇ ਗੁਰਬਾਣੀ ਅਤੇ ਨਾਨਕ ਦੀਆਂ ਤੁੱਕਾਂ ਦੀਆਂ ਗੱਲਾਂ ਹੁੰਦੀਆਂ ਅਤੇ ਦੂਜੇ ਪਾਸੇ ਸਾਨੂੰ ਇੱਦਾਂ ਦੇ ਗਾਣੇ ਮਿਲਦੇ ਹਨ ਜਿਹਦੇ ਵਿੱਚ ਬੰਦੂਕਾਂ ਚੱਕ ਲਾਂਗੇ, ਇੱਦਾਂ ਦੀਆਂ ਸਾਨੂੰ ਕਾਫੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ। ਇਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਸਮਾਜ ਇਸ ਦਿਸ਼ਾ ਵੱਲ ਜਾ ਰਿਹਾ ਹੈ ਕਿ ਸ਼ੋਅ ਆਫ ਦੇ ਚੱਕਰਾਂ ਦੇ ਵਿੱਚ ਆਪਾਂ ਕਾਫੀ ਵਾਰ ਇਹ ਵੀ ਦੇਖਦੇ ਹਾਂ ਕਿ ਸ਼ਾਦੀ ਵਿਆਹਾਂ ਦੇ ਵਿੱਚ ਵੀ ਜਦੋਂ ਵੱਡੇ ਵੱਡੇ ਫੰਕਸ਼ਨਸ ਹੁੰਦੇ ਆ ਅਤੇ ਬੰਦੂਕਾਂ ਚਲਾਉਣੀਆਂ
ਜਾਂ ਗੋਲੀਆਂ ਚਲਾਉਣੀਆਂ, ਇੱਕ ਇਹ ਵੀ ਪੰਜਾਬ ਦਾ ਕਲਚਰ ਬਣ ਚੁੱਕਾ ਹੈ ਜੋ ਕਿ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ ਅੱਜ ਦੇ ਸਮਾਜ ਦੇ ਵਿੱਚ। ਤੇ ਸਾਨੂੰ ਇਸ ਚੀਜ਼ ਨੂੰ ਵੀ ਸਮਝਣਾ ਪਵੇਗਾ ਕਿ ਸਾਡਾ ਪੰਜਾਬ ਇੱਕ ਇਹੋ ਜਿਹਾ ਸਮਾਜ ਨਹੀਂ ਸੀਗਾ ਪਹਿਲਾਂ। ਸਾਡਾ ਯੁਵਾ ਸੀਗਾ ਉਹ ਪਹਿਲਾਂ ਆਪਣੀ ਸੱਭਿਅਤਾ ਨੂੰ ਸੰਭਾਲਣ ਦੇ ਲਈ ਕਾਫੀ ਅਗ੍ਰਸਿਤ ਰਹਿੰਦਾ ਸੀਗਾ। ਬਿਲਕੁਲ, ਸੌਰਵ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਗੁਰਬਾਣੀ ਦੇ ਸ਼ਬਦਾਂ ਵਿੱਚੋਂ ਪਹਿਲਾ ਜਿਹੜਾ ਯੁਵਾ ਸੀ ਉਹ ਕੁਝ ਹੋਰ ਸਿੱਖਦਾ ਸੀ, ਤੇ ਅੱਜ ਕੱਲ੍ਹ ਦੇ ਜਿਹੜੇ ਗਾਣੇ ਸੁਣ ਕੇ ਉਹ ਯੁਵਾ ਕਿਸੇ ਹੋਰ ਹੀ ਪਾਸੇ ਜਾ ਰਿਹਾ ਹੈ। ਗਾਣਿਆਂ ਨੂੰ ਜ਼ਿਆਦਾ ਜਲਦੀ ਕੱਲ੍ਹ ਦੇ ਯੁਵਾ ਹੈ ਉਹ ਯਾਦ ਕਰ ਲੈਂਦੇ ਆ ਤੇ ਉਹੀ ਬੋਲਣਾ ਸ਼ੁਰੂ ਕਰ ਦਿੰਦੇ ਆ, ਤੇ ਜੋ ਸਾਨੂੰ ਦਿਖਾਇਆ ਜਾਂਦਾ ਹੈ ਉਹੀ ਆਪਾਂ ਲੋਕ ਆਪਣੇ ਜੀਵਨ ਦੇ ਵਿੱਚ ਉਹਨੂੰ ਅਪਣਾ ਲੈਂਦੇ ਆ। ਕਵਲਪ੍ਰੀਤ, ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਮਤਲਬ ਯੁਵਾਵਾਂ ਵਿੱਚ ਵੱਧਦਾ ਸ਼ੋਅ ਆਫ ਉਹਨਾਂ ਨੂੰ ਕਿਸ ਤਰਫ ਲੈ ਕੇ ਜਾ ਰਿਹਾ? ਅੱਜ ਕੱਲ੍ਹ ਜਿੱਦਾਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਸਾਡੇ ਸਮਾਜ 'ਤੇ ਪੈਂਦਾ ਉਹ ਬਾਲੀਵੁੱਡ ਲਾ ਲਓ, ਫਿਲਮੀ ਐਕਟਰਸ ਲਾ ਲਓ, ਅੱਜ ਕੱਲ੍ਹ ਦੇ ਜਿਹੜੇ ਗਾਣੇ ਚੱਲਦੇ ਹਨ, ਆਪਾਂ ਦੇਖਦੇ ਹਾਂ ਕਿ ਕਰੋੜਾਂ ਦੀ ਗਿਣਤੀ ਵਿੱਚ ਜਿਹੜੇ ਯੁਵਾ ਹੈ ਉਹ ਸਿੰਗਰਸ ਨੂੰ ਫੋਲੋ ਕਰਦੇ ਹੈ, ਐਕਟਰਸ ਨੂੰ ਫੋਲੋ ਕਰਦੇ ਹੈ। ਅਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੇ ਐਕਟਰਸ ਹੈ, ਸਿੰਗਰਸ ਹੈ, ਇਹ ਸਿਰਫ ਪੈਸੇ ਨੂੰ ਮੁੱਖ ਰੱਖ ਕੇ, ਜਿੱਦਾਂ ਗਨ ਕਲਚਰ ਹੋ ਗਿਆ ਜਾਂ ਖਾੜਕੂਵਾਦ ਹੋ ਗਿਆ, ਕਾਰਾਂ ਨੂੰ ਦਿਖਾਉਣਾ, ਇੱਦਾਂ ਦੀਆਂ ਮਤਲਬ ਸ਼ੋਅ ਆਫ ਦੀਆਂ ਗੱਲਾਂ ਕਰਦੇ ਹਨ ਸਿਰਫ ਪੈਸੇ ਵਾਸਤੇ। ਉਹ ਇਹ ਨਹੀਂ ਸੋਚਦੇ ਕਿ ਸਾਡੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ। ਆਪਾਂ ਸਮਾਜ ਨੂੰ ਸਹੀ ਸੇਧ ਵੀ ਦੇ ਸਕਦੇ ਹਾਂ ਜੇ ਆਪਾਂ ਸਹੀ ਤਰ੍ਹਾਂ ਦੇ ਗਾਣੇ ਬਣਾਈਏ। ਉਹਨਾਂ ਨੂੰ ਆਪਣੀ ਇੱਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਆਪਾਂ ਸਮਾਜ ਨੂੰ ਇੱਕ ਰਾਹ ਦੇ ਸਕਦੇ ਹਾਂ, ਚਾਹੇ ਚੰਗੇ ਪਾਸੇ ਤੋਰ ਦਈਏ ਚਾਹੇ ਮਾੜੇ ਪਾਸੇ। ਉਹਨਾਂ ਨੂੰ ਇੱਕ ਆਪਣੇ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਹਾਂ, ਸਾਨੂੰ ਕਈ ਲੋਕ ਫੋਲੋ ਕਰਦੇ ਹਨ ਤੇ ਆਪਾਂ ਨੂੰ ਸਹੀ ਚੀਜ਼ਾਂ ਨੂੰ ਹੀ ਦਿਖਾਣਾ। ਬਿਲਕੁਲ, ਬਹੁਤ ਵਧੀਆ ਗੱਲ ਕੀਤੀ। ਸੌਰਵ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਸ ਦੇ ਵਿੱਚ ਮੈਂ ਕੁਝ ਗੱਲਾਂ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਜਿਵੇਂ ਕਿ ਕਵਲਪ੍ਰੀਤ ਜੀ ਨੇ ਕਿਹਾ ਹੈ ਕਿ ਪੰਜਾਬੀ ਸਿੰਗਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਸਾਡੇ ਯੁਵਾ 'ਤੇ, ਪਰ ਇਸ ਨੂੰ ਦੋ ਪੱਖੀ ਤਰ੍ਹਾਂ ਦੇਖਦਾ ਹੈਗਾ ਵਾ, ਜਿਸ ਕਾਰਨ ਕਿ ਮੈਂ ਕਹਿ ਸਕਦਾ ਹਾਂ ਕਿ ਕਲਾਕਾਰ ਦਾ ਕੰਮ ਹੈ ਇੱਕ ਕਲਾ ਨੂੰ ਪ੍ਰਦਰਸ਼ਿਤ ਕਰਨਾ। ਕਲਾਕਾਰ ਆਪਣੀ ਕਲਾ ਨੂੰ ਉਹੀ ਪ੍ਰਦਰਸ਼ਿਤ ਕਰਦਾ ਹੈ ਜਦੋਂ ਕਿਸੇ ਚੀਜ਼ ਨੂੰ ਲੋਕਪ੍ਰਿਯਤਾ ਕਾਫੀ ਮਿਲ ਜਾਂਦੀ ਹੈ ਤੇ ਉਹ ਉਹੀ ਚੀਜ਼ ਬਣਾਉਂਦਾ ਹੈ ਬਾਰ-ਬਾਰ ਜੋ ਲੋਕਾਂ ਨੂੰ ਕਾਫੀ ਪਸੰਦ ਆਉਂਦੀ ਹੈ। ਇਸ ਦੇ ਵਿੱਚ ਕਲਾਕਾਰ ਦੀ ਮੇਰੇ ਹਿਸਾਬ ਨਾਲ ਇਸ ਪੱਧਰ 'ਤੇ ਕੋਈ ਗਲਤੀ ਨਹੀਂ ਹੈ ਕਿ ਕਿਉਂਕਿ ਲੋਕੀ ਉਹੀ ਚੀਜ਼ ਪਸੰਦ ਕਰਦੇ ਹਨ ਜੋ ਕਲਾਕਾਰ ਕੁਝ ਵੀ ਪ੍ਰਸਤੁਤ ਕਰ ਸਕਦਾ ਹੈ। ਅੱਜ ਕੱਲ੍ਹ ਦਾ ਜਿਹੜਾ ਯੁਵਾ ਹੈ ਉਹ ਗਨ ਕਲਚਰ ਨੂੰ ਕਾਫੀ, ਅਗਰ ਇੱਕ ਪਾਸੇ ਗਾਣਿਆਂ ਦੇ ਵਿੱਚ ਜੇ ਬੰਦੂਕਾਂ ਦੀਆਂ ਇੱਦਾਂ ਦੀਆਂ ਗੱਲਾਂ ਹੋਣਗੀਆਂ ਤੇ ਯੁਵਾ ਜ਼ਿਆਦਾ ਉਸ ਚੀਜ਼ ਨੂੰ ਸੁਣਦਾ ਹੈ। ਜੇ ਆਪਾਂ ਕੰਪੇਅਰ ਕਰੀਏ ਇੱਕ ਇੱਦਾਂ ਦੇ ਸਮਾਜ ਦੇ ਵਿੱਚ ਜਿੱਥੇ ਸਾਹਿਤਿਕ ਗੱਲਾਂ ਜ਼ਿਆਦਾ ਹੋ ਰਹੀਆਂ ਹੋਣ, ਉਸ ਚੀਜ਼ਾਂ ਨੂੰ ਨਾ ਧਿਆਨ ਦਿੰਦੇ ਹੋਏ ਯੁਵਾ ਇਸ ਵੱਲ ਜ਼ਿਆਦਾ ਜਾਂਦਾ ਹੈ। ਪਰ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਇੱਕ ਪਾਸੇ ਕਲਾਕਾਰ ਇਸ ਪੱਧਰ ਤੇ ਗਲਤ ਹੈ ਕਿ ਉਸਨੂੰ ਕੁਝ ਚੰਦ ਪੈਸਿਆਂ ਦੇ ਕਾਰਨ ਇੱਦਾਂ ਦੀ ਚੀਜ਼ਾਂ ਨੂੰ ਬੜਾਵਾ ਨਹੀਂ ਦੇਣਾ ਚਾਹੀਦਾ ਜਿਸ ਦੇ ਵਿੱਚ ਆਉਣ ਵਾਲੇ ਸਮਾਜ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇੱਕ ਬਹੁਤ ਖਤਰਨਾਕ ਸਥਿਤੀ ਉਤਪੰਨ ਹੋ ਸਕੇ। ਕਿਉਂਕਿ ਪੰਜਾਬ ਜਿਹੜਾ ਇੱਕ ਬਾਰਡਰ ਸਟੇਟ ਲੱਗਦਾ ਹੈ ਸਾਡਾ, ਪੰਜਾਬ ਦੇ ਬਿਲਕੁਲ ਨਾਲ ਹੀ ਸਾਡੇ ਦੇਸ਼ ਦੀ ਕੈਪੀਟਲ ਦਿੱਲੀ ਵੀ ਲੱਗਦੀ ਹੈ। ਤੇ ਜੇ ਆਪਾਂ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖੀਏ, ਮੱਦੇਨਜ਼ਰ ਰੱਖੀਏ, ਤੇ ਸਾਨੂੰ ਇਹ ਵੀ ਚੀਜ਼ ਸਮਝ ਆਵੇਗੀ ਇਸ ਦੇ ਨਾਲ ਯੁਵਾ ਵੀ ਕਾਫੀ ਪ੍ਰਭਾਵਿਤ ਹੋਵੇਗਾ ਕਿਉਂਕਿ ਯੁਵਾ ਨੂੰ ਕਿਸੇ ਵੀ ਦਿਸ਼ਾ ਦੇ ਵਿੱਚ ਮੋੜਿਆ ਜਾ ਸਕਦਾ ਹੈ, ਚਾਹੇ ਸਹੀ ਦਿਸ਼ਾ ਹੋਵੇ ਚਾਹੇ ਗਲਤ ਦਿਸ਼ਾ ਹੋਵੇ। ਤੇ ਜੇ ਪੰਜਾਬ ਬਾਰਡਰ ਸਟੇਟ ਹੈ, ਜੇ ਯੁਵਾ ਨੂੰ ਗਲਤ ਦਿਸ਼ਾ ਦੇ ਵਿੱਚ, ਜਿੱਦਾਂ ਨਸ਼ਿਆਂ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਯੁਵਾ ਜਾ ਰਿਹਾ ਹੈ, ਇਸ ਦੇ ਮੱਦੇਨਜ਼ਰ ਮੈਂ ਇਹੀ ਕਹਿ ਸਕਦਾ ਕਿ ਕਲਾਕਾਰਾਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ ਚੰਦ ਪੈਸੇ ਦੇ ਕਾਰਨ ਉਹੀ ਗਾਣੇ ਨਹੀਂ ਪ੍ਰਸਤੁਤ ਕਰਨੇ ਚਾਹੀਦੇ ਜੋ ਲੋਕਾਂ ਨੂੰ ਪਸੰਦ ਹਨ। ਪੰਜਾਬ ਦੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਸ ਚੀਜ਼ਾਂ ਨੂੰ ਪ੍ਰਸਤੁਤ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਪੰਜਾਬ ਦਾ ਤੇ ਸਾਡੇ ਦੇਸ਼ ਦਾ ਮਾਣ ਵਧੇ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਹੈ ਕਿ ਇੱਕ ਕਲਾਕਾਰ ਦਾ ਕੰਮ ਹੁੰਦਾ ਹੈ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨਾ, ਪਰ ਜਿਹੜਾ ਸਾਹਮਣੇ ਵਾਲੇ, ਜਿਵੇਂ ਅਸੀਂ ਸਰੋਤਾ ਹੈ ਤੇ ਸਾਡੇ ਤੇ ਵੀ ਡਿਪੈਂਡ ਕਰਦਾ ਕਿ ਆਪਾਂ ਲੋਕਾਂ ਨੇ ਕੀ ਸੁਣਨਾ ਹੈ। ਆਪਾਂ ਵੀ ਅਗਰ ਸਹੀ ਚੀਜ਼ ਸੁਣਾਂਗੇ ਤੇ ਆਪਾਂ ਉਹਦਾ ਸਹੀ ਤਰ੍ਹਾਂ ਵਟਾਂਦਰਾ ਕਰ ਪਾਵਾਂਗੇ। ਤੇ ਹੁਣ ਜੇ ਮੈਂ ਗੱਲ ਕਰਾਂ ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ ਦਾ ਵੀ ਬਹੁਤ ਯੋਗਦਾਨ ਹੈ ਕ੍ਰਾਈਮ ਗਤੀਵਿਧੀਆਂ ਨੂੰ ਵਧਾਉਣ ਦੇ ਵਿੱਚ, ਤੇ ਉਸ ਬਾਰੇ ਰਾਜਵਿੰਦਰ ਤੁਸੀਂ ਕੀ ਕਹਿਣਾ ਚਾਹੋਗੇ? ਮੈਮ, ਮੈਨੂੰ ਲੱਗਦਾ ਵੀ ਇਹ ਗੱਲ ਉਸੇ ਚੀਜ਼ ਦੇ ਨਾਲ ਜਾ ਕੇ ਜੁੜਦੀ ਹੈ ਕਿ ਸੋਸ਼ਲ ਮੀਡੀਆ 'ਤੇ ਮੈਨੂੰ ਲੱਗਦਾ ਹਰ ਇੱਕ ਨੂੰ ਆਪਣੀ ਆਵਾਜ਼ ਦੇਣ ਦਾ ਇੱਕ ਪਲੇਟਫਾਰਮ ਮਿਲਿਆ। ਤੁਸੀਂ ਆਪਣੇ ਆਈਡੀਆਜ਼, ਆਪਣੇ ਥਾਟਸ, ਆਪਣੇ ਵਿਚਾਰ ਖੁੱਲ੍ਹੇਆਮ ਪ੍ਰਦਰਸ਼ਿਤ ਕਰ ਸਕਦੇ ਹੋ ਅਤੇ ਬੜਾ ਆਸਾਨ ਹੋ ਗਿਆ ਅੱਜ ਕੱਲ੍ਹ ਦੇ ਜ਼ਮਾਨੇ 'ਚ। ਮੈਨੂੰ ਲੱਗਦਾ ਕਿ ਜਦੋਂ ਬੱਚੇ ਛੋਟੀ ਉਮਰ 'ਚ ਸੋਸ਼ਲ ਮੀਡੀਆ ਯੂਜ਼ ਕਰਨਾ ਸ਼ੁਰੂ ਕਰਦੇ, ਉਹਨਾਂ ਨੂੰ ਇਸ ਤਰ੍ਹਾਂ ਦਾ ਐਕਸਪੋਜ਼ਰ ਮਿਲਦਾ ਅਤੇ ਉਹ ਜੋ ਚੀਜ਼ਾਂ ਦੇਖਦੇ ਨੇ ਉਹ ਸਿੱਖਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਦੇ ਮਨ 'ਤੇ ਉਹ ਚੀਜ਼ਾਂ ਅਸਰ ਕਰਦੀਆਂ ਨੇ। ਗੀਤਾਂ ਦੇ ਵਿੱਚ ਵੀ, ਸਿਨੇਮਾ ਦੇ ਵਿੱਚ ਵੀ ਅਤੇ ਸੋਸ਼ਲ ਮੀਡੀਆ 'ਤੇ ਵੀ ਆਪਾਂ ਉਹਨਾਂ ਲੋਕਾਂ ਨੂੰ ਫੋਲੋ ਕਰਦੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਗਲੋਰੀਫਾਈ ਕੀਤਾ ਜਾਂਦਾ ਹੈ। ਠੀਕ ਹੈ, ਜਿਹੜੇ ਸੈਲੀਬ੍ਰਿਟੀਜ਼ ਨੇ, ਸੋਸ਼ਲ ਮੀਡੀਆ ਸਟਾਰਸ ਨੇ, ਅਤੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਵੇਖਣ ਨੂੰ ਮਿਲਦੀ ਹੈ ਜਿਹੜੀ ਕਿ ਜ਼ਿਆਦਾਤਰ ਛੋਟੀ ਏਜ ਦੇ ਜਿਹੜੇ ਬੱਚੇ ਨੇ, 15 ਤੋਂ 18, 19 ਸਾਲ ਦੇ ਜਿਹੜੇ ਕਿਸ਼ੋਰ ਅਵਸਥਾ ਦੇ ਅਤੇ ਨੌਜਵਾਨ ਲੋਕ ਹੈ, ਉਹਨਾਂ 'ਚ ਇੱਕ ਚੀਜ਼ ਮੈਨੂੰ ਲੱਗਦਾ ਹੈ ਉਹਨਾਂ ਚੀਜ਼ਾਂ ਦਾ ਅਸਰ ਹੁੰਦਾ। ਬੜੀ ਛੋਟੀ ਜਿਹੀ ਗੱਲ ਹੈ ਕਿ ਉਹਨਾਂ 'ਚ ਹਉਮੈ ਜਾਂ ਅਹੰਕਾਰ
ਜਾਂ ਈਗੋ, ਉਹ ਚੀਜ਼ ਬੜੀ ਸੈਂਸਿਟਿਵ ਹੋ ਜਾਂਦੀ ਹੈ, ਇੱਥੋਂ ਤੱਕ ਕਿ ਜੇ ਉਹਨਾਂ ਦੇ ਘਰ ਦੇ ਵੀ ਉਹਨਾਂ ਨੂੰ ਕਿਸੇ ਚੀਜ਼ ਤੋਂ ਟੋਕ ਦੇਣ ਤੇ ਉਹ ਇਹ ਮਹਿਸੂਸ ਕਰਨਾ ਸ਼ੁਰੂ ਕਰਦੇ ਆ ਵੀ ਸਾਨੂੰ ਇਹ ਗੱਲ ਕਹਿ ਕਿਉਂ ਦਿੱਤੀ ਗਈ, ਤੇ ਉਹੀ ਚੀਜ਼ ਵੱਡਾ ਰੂਪ ਹਾਸਲ ਕਰ ਲੈਂਦੀ ਹੈ। ਸੋਸ਼ਲ ਮੀਡੀਆ ਤੇ ਬੱਚੇ ਅੱਜ ਕੱਲ੍ਹ ਵੇਖਦੇ ਨੇ ਜਿਵੇਂ ਰੀਲਸ ਦਾ ਕਲਚਰ ਚੱਲਿਆ ਇੰਸਟਾਗ੍ਰਾਮ ਤੇ ਨਾ, ਮੈਨੂੰ ਲੱਗਦਾ ਕਿ ਉਹ ਅਸਲ ਜ਼ਿੰਦਗੀ ਨਾਲੋਂ ਬਹੁਤ ਪਰੇ ਦੀ ਚੀਜ਼ ਹੁੰਦੀ ਹੈ। ਉੱਥੇ ਆਪਾਂ ਉਹ ਵਿਖਾਉਂਦੇ ਹਾਂ ਜੋ ਵਿਖਾਉਣਾ ਚਾਹੁੰਦੇ ਹਾਂ, ਜੋ ਸਾਡੇ ਅਚੇਤ ਮਨ 'ਚ ਪਿਆ ਕਿ ਅਸੀਂ ਇਸ ਤਰ੍ਹਾਂ ਦੇ ਹੋਣਾ। ਅਸੀਂ ਅਸਲੀਅਤ ਵਿੱਚ ਉਹ ਉਸ ਤਰ੍ਹਾਂ ਦੇ ਨਹੀਂ ਹੁੰਦੇ, ਪਰ ਜੋ ਉਸ ਚੀਜ਼ ਨੂੰ ਵੇਖ ਰਿਹਾ ਹੈ, ਜੋ ਨੌਜਵਾਨ ਉਸ ਚੀਜ਼ ਨੂੰ ਆਪਣੇ ਫੋਨ ਤੇ ਵੇਖ ਰਿਹਾ, ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਅਸਲੀਅਤ ਨਹੀਂ ਹੈ। ਉਹਨੂੰ ਲੱਗਦਾ ਹੈ ਕਿ ਇਹੀ ਅਸਲੀਅਤ ਹੈ ਤੇ ਮੇਰੀ ਜ਼ਿੰਦਗੀ 'ਚ ਇਹ ਚੀਜ਼ ਨਹੀਂ ਹੈਗੀ, ਮੈਨੂੰ ਵੀ ਚਾਹੀਦੀ। ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਹੀਣ ਭਾਵਨਾ ਜਿਹੜੀ ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਤੋਂ ਫਿਰ ਜੇ ਉਹ ਦੇਖ ਰਿਹਾ ਹੈ ਕਿ ਗਾਣਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕੁਝ ਮੁੰਡੇ ਜਿਹੜੇ ਆ ਗੁੱਟ ਬਣਾ ਕੇ ਚੱਲ ਰਹੇ ਆ ਤੇ ਉਹਨਾਂ ਦੀ ਸਾਰੇ ਵਾਹ-ਵਾਹ ਕਰਦੇ, ਸਾਰੇ ਸਲਾਮ ਕਰਦੇ, ਸਭ ਉਹਨਾਂ ਦੀ ਗੱਲ ਸੁਣਦੇ ਆ। ਸਕੂਲਾਂ ਕਾਲਜਾਂ ਦੇ ਜਿਹੜੇ ਬੱਚੇ 12-12 15-15 ਸਾਲ ਦੇ, ਉਹ ਵੀ ਗੁੱਟ ਬਣਾਉਣੇ ਸ਼ੁਰੂ ਕਰ ਦਿੰਦੇ ਆ, ਉਹ ਵੀ ਇਸ ਤਰ੍ਹਾਂ ਦਾ ਰੁਤਬਾ ਭਾਲਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ। ਦੂਸਰੀ ਚੀਜ਼ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਜੋ ਵਿਖਾਇਆ ਜਾਂਦਾ, ਉਹਦੇ ਤੋਂ ਸਾਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ 'ਚ ਚੀਜ਼ਾਂ ਜਾਂ ਰੁਤਬੇ ਹਾਸਲ ਕਰਨ ਦਾ ਜਿਹੜਾ ਤਰੀਕਾ ਬੜਾ ਸੌਖਾ ਲੱਗਦਾ ਹੈ ਵੇਖਣ ਨੂੰ। ਅਸਲ ਜ਼ਿੰਦਗੀ 'ਚ ਬੱਚੇ ਇਹ ਸਮਝਣਾ ਸ਼ੁਰੂ ਕਰ ਦਿੰਦੇ ਆ ਕਿ ਜਿਹੜਾ ਮਿਹਨਤ ਦਾ ਰਾਸਤਾ ਹੈਗਾ ਉਹਦੇ ਨਾਲ ਉਹਨਾਂ ਕੁਝ ਹਾਸਲ ਨਹੀਂ ਕਰ ਸਕਦੇ ਜਿਹੜਾ ਕਿ ਉਹ ਵਿਖਾਵੇ ਦੇ ਨਾਲ ਜਾਂ ਸੌਖੇ ਤਰੀਕਿਆਂ ਦੇ ਨਾਲ ਹਾਸਲ ਕਰ ਸਕਦੇ ਆ। ਪਰ ਸੋਸ਼ਲ ਮੀਡੀਆ ਤੇ ਜੋ ਚਕਾਚੌਂਧ ਆਪਾਂ ਨੂੰ ਦਿਖਦੀ, ਉਸਦੇ ਪਿੱਛੇ ਦੀ ਮਿਹਨਤ ਨਹੀਂ ਦਿਖਦੀ, ਉਹਦਾ ਫਾਈਨਲ ਪ੍ਰੋਡਕਟ ਵਿਖਦਾ ਸਿਰਫ। ਤੇ ਆਪਾਂ ਉਸ ਚੀਜ਼ ਨੂੰ ਅਪਣਾ ਲੈਂਦੇ ਆ ਕਿ ਸੌਖਾ ਤਰੀਕਾ ਹੈ, ਜਾਂ ਸੌਖੇ ਤਰੀਕੇ ਜਿਹੜੇ ਆ ਉਹ ਅਪਣਾਉਣ ਦੀ ਮਨੋਬਿਰਤੀ ਬੱਚਿਆਂ ਦੇ ਮਾਈਂਡ ਵਿੱਚ ਸੈੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹ ਚੀਜ਼ਾਂ ਤੁਹਾਨੂੰ ਅਸਲੀਅਤ 'ਚ ਨਹੀਂ ਮਿਲਦੀਆਂ, ਤੁਸੀਂ ਉਹ ਵੱਡੀਆਂ ਕਾਰਾਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੇ, ਤੁਹਾਡੇ ਘਰ ਦੇ ਇੰਨੇ ਅਮੀਰ ਨਹੀਂ ਹੈਗੇ, ਪਰ ਤੁਹਾਨੂੰ ਲੱਗਦਾ ਹੈ ਕਿ ਜੀ ਉਹਦੇ ਕੋਲ ਹੈਗੀ ਹੈ, ਉਹ ਹੀਣ ਭਾਵਨਾ ਜਿਹੜੀ ਹੈ ਤੁਹਾਨੂੰ ਅਪਰਾਧ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੰਦੀ ਹੈ। ਤੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਨੂੰ ਬੜੇ ਪੋਜ਼ਿਟਿਵ ਤਰੀਕੇ ਨਾਲ ਵੀ ਯੂਜ਼ ਕੀਤਾ ਜਾ ਸਕਦਾ ਹੈ। ਬੜੇ ਇਨਫਲੂਐਂਸਰਸ ਨੇ, ਮਾਰਗਦਰਸ਼ਕ ਕਰਨ ਵਾਲੇ ਲੋਕ ਨੇ, ਬੜੇ NGOs ਨੇ, ਬੜੀਆਂ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਅਵੇਅਰਨੈਸ ਫੈਲਾਉਣ ਦੀ ਕੋਸ਼ਿਸ਼ ਕਰਦੀਆਂ, ਤੇ ਮੈਨੂੰ ਲੱਗਦਾ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ। ਘਰ ਪਰਿਵਾਰ ਦੇ ਵਿੱਚ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਵੀ ਇਸ ਚੀਜ਼ ਵੱਲ ਤੋਰਨਾ ਚਾਹੀਦਾ ਕਿ ਅਸਲੀਅਤ ਤੇ ਸੋਸ਼ਲ ਮੀਡੀਆ ਦੀ ਜ਼ਿੰਦਗੀ ਦੇ ਵਿੱਚ ਫਰਕ ਕੀ ਹੈ, ਉਹ ਮੂਲ ਕਾਰਨ ਹੈ ਜਿਹਦਾ ਕਿ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਆਪਣੇ ਆਪ। ਤਾਂ ਮੈਨੂੰ ਲੱਗਦਾ ਹੈ ਉਹ ਜਦੋਂ ਉਹਨਾਂ ਦੀ ਮਨੋਸਥਿਤੀ ਢਲ ਰਹੀ ਹੁੰਦੀ ਹੈ, ਉਸ ਏਜ ਦੇ ਵਿੱਚ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਣਾ ਬੜਾ ਜ਼ਰੂਰੀ ਹੈ। ਬਹੁਤ ਵਧੀਆ ਐਕਸਪਲੇਨ ਕੀਤਾ ਰਾਜਵਿੰਦਰ ਨੇ ਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਇੱਕ ਚੰਗਾ ਪਹਿਲੂ ਹੁੰਦਾ ਤੇ ਦੂਜੇ ਪਾਸੇ ਉਹੀ ਚੀਜ਼ ਦਾ ਬੁਰਾ ਵੀ ਪਹਿਲੂ ਹੁੰਦਾ। ਇਸੇ ਤਰ੍ਹਾਂ ਜਿਹੜਾ ਸੋਸ਼ਲ ਮੀਡੀਆ, ਉਹਦਾ ਇੱਕ ਚੰਗਾ ਪਹਿਲੂ ਹੈ ਤੇ ਨਾਲ ਹੀ ਨਾਲ ਉਹਦਾ ਬੁਰਾ ਪਹਿਲੂ ਵੀ ਹੈ। ਕਮਲਪ੍ਰੀਤ, ਤੁਹਾਡਾ ਇਸ ਉੱਤੇ ਕੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਹੈ ਉਹ ਯੁਵਾਵਾਂ ਵਿੱਚ ਕਿਵੇਂ ਜਿਹੜੀਆਂ ਕ੍ਰਾਈਮ ਪ੍ਰਵਿਰਤੀਆਂ ਨੂੰ ਵਧਾ ਰਿਹਾ ਹੈ? ਜਿਵੇਂ ਕਿ ਰਾਜਵਿੰਦਰ ਮੈਮ ਨੇ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਬਾਰੇ। ਬਿਲਕੁਲ ਸਹੀ ਗੱਲ ਕਹੀ ਹੈ, ਕਿਉਂਕਿ ਸੋਸ਼ਲ ਮੀਡੀਆ ਇੱਕ ਇੱਦਾਂ ਦੀ ਚੀਜ਼ ਹੈ ਜਿਹਦੇ ਤੇ ਚੰਗਾ ਤੇ ਮਾੜਾ ਦੋਨੋਂ ਹੀ ਹੈ। ਦੂਸਰੀ ਗੱਲ, ਆਪਾਂ ਇਹ ਆਮ ਅੱਜ ਕੱਲ੍ਹ ਸੁਣਦੇ ਹਾਂ ਕਿ ਬੱਚੇ TV ਤੇ ਸੋਸ਼ਲ ਮੀਡੀਆ ਨਾਲ ਅੱਜ ਆਪਣੀ ਉਮਰ ਤੋਂ ਪਹਿਲੇ ਹੀ ਬਹੁਤ ਵੱਡੇ ਹੋ ਰਹੇ ਹਨ। ਤੇ ਇੱਥੇ ਮੈਨੂੰ ਲੱਗਦਾ ਹੈ ਕਿ ਇੱਕ ਅਧਿਆਪਕ ਤੇ ਦੂਸਰਾ ਮਾਂ-ਬਾਪ, ਇਹਨਾਂ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਿਸ ਢੰਗ ਨਾਲ ਕਰ ਸਕਦੇ ਹਨ, ਕਿਉਂਕਿ ਸੋਸ਼ਲ ਮੀਡੀਆ ਤੇ ਬੁਰੀਆਂ ਚੀਜ਼ਾਂ ਵੀ ਬਹੁਤ ਨੇ ਤੇ ਚੰਗੀਆਂ ਵੀ ਬਹੁਤ ਨੇ। ਇੱਥੇ ਤੱਕ ਰਹੀ ਕਿ ਕ੍ਰਾਈਮ ਦੀ ਗੱਲ, ਕ੍ਰਾਈਮ ਇਸ ਤਰ੍ਹਾਂ ਸੋਸ਼ਲ ਮੀਡੀਆ ਤੋਂ ਵੱਧ ਰਿਹਾ ਹੈ ਕਿ ਜਿਹੜੇ ਵੱਡੇ ਲੋਕ ਹਨ, ਜਿਹੜੇ ਇਨਫਲੂਐਂਸਰਸ ਹਨ ਸੋਸ਼ਲ ਮੀਡੀਆ ਤੇ, ਉਹ ਕਈ ਅਜਿਹੇ ਹਨ ਕਿ ਜਿਹੜੇ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਨ, ਜਿਵੇਂ ਕਿ ਗੈਂਗਸਟਰਵਾਦ ਹੋ ਗਿਆ, ਕਾਲਜਸ ਵਿੱਚ ਗਰੁੱਪਸ ਬਣਦੇ ਹਨ, ਇਹ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਨ। ਜਿਹੜੇ ਮੁੰਡੇ ਹੁੰਦੇ ਹਨ ਉਹ ਇਸ ਚੀਜ਼ ਵੱਲ ਬਹੁਤ ਛੇਤੀ ਅਟਰੈਕਟ ਹੁੰਦੇ ਹਨ ਤੇ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਹੁੰਦੀਆਂ ਹਨ ਤੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਇਹਨਾਂ ਵੱਲ ਆਪਾਂ ਨਹੀਂ ਜਾਣਾ। ਇਹ ਇੱਥੇ ਇਹੀ ਹੁੰਦਾ ਕਿ ਬੱਚਿਆਂ ਦਾ ਆਪਣਾ ਵੈਲਿਊ ਸਿਸਟਮ ਉਹਨਾਂ ਨੂੰ ਸਟਰੋਂਗ ਕਰਨਾ ਚਾਹੀਦਾ ਹੈ ਪੇਰੈਂਟਸ ਨੂੰ, ਤਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਸਕਣ। ਬਹੁਤ ਵਧੀਆ ਗੱਲ ਕਹੀ ਹੈ। ਸੌਰਵ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਯੁਵਾ ਵਰਗ ਹੈ ਉਹ ਅੱਜ ਕੱਲ੍ਹ ਗੁੱਟਬੰਦੀ ਦੇ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਆ? ਮਤਲਬ 2-4 ਜਣਿਆਂ ਦਾ ਗਰੁੱਪ ਬਣ ਜਾਂਦਾ ਤੇ ਉਹ ਸ਼ੋਅ ਆਫ ਕਰਨ ਲੱਗ ਜਾਂਦੇ ਨੇ ਕਿ ਅਸੀਂ ਇਹ ਕਰ ਸਕਦੇ ਹਾਂ, ਅਸੀਂ ਉਹ ਕਰ ਸਕਦੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕ੍ਰਾਈਮ ਰੇਟ ਨੂੰ ਵਧਾ ਰਿਹਾ ਹੈ? ਜੀ ਬਿਲਕੁਲ, ਕ੍ਰਾਈਮ ਰੇਟ ਨੂੰ ਇਹ ਵੀ ਬਹੁਤ ਤੇਜ਼ੀ ਨਾਲ ਗੁੱਟਵਾਦ ਵੀ ਵਧਾ ਰਿਹਾ ਹੈ। ਗੁੱਟਵਾਦ 'ਤੇ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਇੱਕ ਸਮਾਂ ਇੱਦਾਂ ਦਾ ਸੀਗਾ ਜਦੋਂ ਗੁੱਟ ਬੰਦੇ ਸੀਗੇ ਕਿਸੇ ਚੀਜ਼ ਨੂੰ ਸੁਧਾਰਨ ਵਾਸਤੇ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਸਾਡੇ ਸਕੂਲ ਕਾਲਜਾਂ ਵਿੱਚ ਵੀ ਬਚਪਨ ਤੋਂ ਲੈ ਕੇ ਜਦੋਂ ਆਪਾਂ ਛੋਟੇ ਹੁੰਦੇ ਸੀਗੇ, ਆਪਾਂ ਛੋਟੇ ਆਪਣੇ ਦੋਸਤਾਂ ਯਾਰਾਂ ਦੇ ਨਾਲ ਗਰੁੱਪ ਬਣਾ ਕੇ ਜਦੋਂ ਕੋਈ ਚੀਜ਼ ਨਾ ਸਮਝ ਆਵੇ ਲੈਕਚਰ ਦੇ ਵਿੱਚ, ਤੇ ਆਪਾਂ ਇਕੱਠੇ ਬੈਠ ਕੇ ਸਮਝਦੇ ਹੁੰਦੇ ਸੀਗੇ ਕਿ ਇਸ ਦਾ ਕੀ ਕਾਰਨ ਹੈ, ਕਿ ਸਾਨੂੰ ਜਾਂ ਇਹ ਚੀਜ਼ ਕੀ ਹੈ, ਕਿੱਦਾਂ ਸਮਝ ਆਵੇਗੀ ਸਾਨੂੰ। ਆਪਾਂ ਇਕੱਠੇ ਬੈਠ ਕੇ ਪਾਠ ਕਰਦੇ ਸੀਗੇ, ਇਕੱਠੇ ਬਹਿ ਕੇ ਕਿਸੇ ਚੀਜ਼ ਨੂੰ ਸਮਝਣਾ। ਇੱਕ ਇਹ ਗਰੁੱਪ ਲੈਵਲ 'ਤੇ ਜਦੋਂ ਇਹ ਗੁੱਟ ਬੰਦੇ ਸੀਗੇ ਤੇ ਇੱਕ ਅੱਛੀ ਗੱਲ ਹੁੰਦੀ ਸੀਗੀ। ਲੇਕਿਨ ਅੱਜ ਦੇ ਦੌਰ ਦੇ ਵਿੱਚ ਇਹੋ ਜਿਹੇ ਗੁੱਟ ਬਣ ਰਹੇ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਆਪਸ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੱਕ ਵੈਰ ਪ੍ਰਵਿਰਤੀ ਪੈਦਾ ਹੋ ਰਹੀ ਹੈ,
ਜੋ ਕਿ ਆਪਾਂ ਕਾਲਜ ਪੱਧਰ ਤੇ ਵੀ ਦੇਖ ਸਕਦੇ ਹਾਂ ਕਿ ਵਿਦਿਆਰਥੀਆਂ ਦੇ ਵਿੱਚ ਜੇ ਅੱਜ ਮੈਂ ਇੱਕ ਗੁੱਟ ਦੇ ਵਿੱਚ ਹੈਗਾ ਵਾ ਤੇ ਮੇਰੇ ਗੁੱਟ ਦੇ ਵਿੱਚ ਜੇ 4 ਵਿਅਕਤੀਆਂ ਕੋ ਆਈਫੋਨ ਹੈਗਾ ਜਾਂ ਵੱਡੇ ਵੱਡੇ ਸਮਾਰਟਫੋਨ ਹੈਗੇ ਆ ਤੇ ਮੇਰੇ ਵਿੱਚ ਇੱਕ ਹੀਨ ਭਾਵਨਾ ਆਵੇਗੀ ਕਿ ਮੇਰੇ ਕੋਲ ਵੀ ਉਹ ਚੀਜ਼ਾਂ ਹੋਵੇ। ਪਰ ਮੈਂ ਉਸ ਸਮੇਂ ਆਪਣੇ ਘਰ ਦੀ ਸਥਿਤੀ ਜਾਂ ਘਰ ਦੇ ਪਰਿਵਾਰ ਦੀ ਸਥਿਤੀ ਨੂੰ ਨਾ ਦੇਖਦੇ ਹੋਏ ਮੇਰਾ ਧਿਆਨ ਹੋਵੇਗਾ ਕਿ ਮੈਂ ਵੀ ਇਸ ਚੀਜ਼ ਵੱਲ ਜ਼ਿਆਦਾ ਆਕਰਸ਼ਿਤ ਹੋਵਾਂ, ਇਸ ਚੀਜ਼ ਨੂੰ ਖਰੀਦਣ ਦੀ ਅਪੇਕਸ਼ਾ ਰੱਖਦਾ ਹਾਂ। ਤੇ ਉਸ ਸਮੇਂ ਵਿਦਿਆਰਥੀਆਂ ਦੇ ਮਨ ਦੇ ਵਿੱਚ ਇਹ ਨਾ ਸੋਚਦੇ ਹੋਏ ਕਿ ਆਪਾਂ ਆਪਣੀ ਸਥਿਤੀ ਨੂੰ ਠੀਕ ਕਿੱਦਾਂ ਕਰੀਏ ਜਾਂ ਆਪ ਖੁਦ ਸਟੈਂਡ ਹੋ ਜਾਈਏ ਸਮਾਜ ਦੇ ਵਿੱਚ, ਤਾਂ ਫਿਰ ਆਪਾਂ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਹਾਂ ਜਾਂ ਇਸ ਚੀਜ਼ ਨੂੰ ਆਪਾਂ ਖਰੀਦ ਸਕਦੇ ਹਾਂ। ਪਰ ਇੰਨਾ ਪੇਸ਼ੈਂਸ ਨਾ ਹੋਣ ਕਰਕੇ ਵਿਦਿਆਰਥੀਆਂ ਦੇ ਵਿੱਚ ਉਹ ਚਾਹੁੰਦੇ ਆ ਕਿ ਇਹ ਸਭ ਚੀਜ਼ਾਂ ਸਾਨੂੰ ਹੁਣੇ ਹੀ ਮਿਲ ਜਾਣ, ਕਾਫੀ ਜਲਦੀ ਮਿਲ ਜਾਣ। ਇਹ ਆਪਾਂ ਕਹਿ ਸਕਦੇ ਹਾਂ ਕਿ ਕ੍ਰਾਈਮ ਰੇਟ ਇੱਕ ਇਹ ਚੀਜ਼ ਨੂੰ ਵੀ ਵਧਾਵਾ ਦੇ ਰਿਹਾ ਹੈ। ਦੂਜੀ ਗੱਲ ਇਹ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਗੁੱਟਵਾਦ ਕਾਫੀ ਤੇਜ਼ੀ ਨਾਲ ਜਦੋਂ ਵੱਧ ਰਿਹਾ ਹੁੰਦਾ ਹੈ, ਤਦੋਂ ਇੱਕ ਗੁੱਟ ਤੇ ਦੂਜਾ ਗੁੱਟ ਆਪਸ ਦੇ ਵਿੱਚ ਵੈਰ ਵਿਰੋਧ 'ਚ ਵੀ ਆ ਜਾਂਦਾ ਹੈ। ਜਿੱਦਾਂ ਕਿ ਆਪਾਂ ਕਾਲਜਾਂ ਵਿੱਚ ਵੀ ਦੇਖਦੇ ਹਾਂ ਕਿ ਇੱਕ ਗੁੱਟ ਬਣ ਜਾਂਦਾ ਹੈ ਤੇ ਦੂਜਾ ਗੁੱਟ ਬਣ ਜਾਂਦਾ ਹੈ ਤੇ ਕਾਲਜਾਂ ਵਿੱਚ ਵੀ ਹਿੰਸਕ ਪ੍ਰਵਿਰਤੀਆਂ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ। ਇੱਕ ਚੰਗਾ ਪਹਿਲੂ ਇਹ ਹੈ ਕਿ ਆਪਾਂ ਇੱਕ ਗੁੱਟ ਆ ਵੀ ਦੇਖਦੇ ਹਾਂ ਜਿੱਥੇ 4-5 ਬੱਚੇ ਇਕੱਠੇ ਬੈਠ ਕੇ ਜੋ ਚੀਜ਼ਾਂ ਨਹੀਂ ਸਮਝ ਆਈਆਂ ਕਲਾਸ ਦੇ ਵਿੱਚ, ਉਸ ਚੀਜ਼ ਨੂੰ ਸਮਝਣ ਦੇ ਵਾਸਤੇ ਵੀ ਆਪਣਾ ਇੱਕ ਗੁੱਟ ਬਣਾਉਂਦੇ ਹਨ ਕਿ ਜੇ ਮੈਨੂੰ ਨਹੀਂ ਕੁਝ ਸਮਝ ਆਇਆ ਤੇ ਤੂੰ ਸਮਝ ਲਈ, ਜੇ ਅੱਜ ਮੈਂ ਛੁੱਟੀ ਤੇ ਆਇਆ ਤੇ ਅੱਜ ਤੂੰ ਕਲਾਸ ਲਗਾ ਰਿਹਾ ਹੈ ਤੇ ਮੈਨੂੰ ਤੂੰ ਕੱਲ ਸਮਝਾ ਦੇਈਂ। ਇੱਕ ਗੁੱਟ ਆ ਵੀ ਹੁੰਦਾ। ਇੱਕ ਗੁੱਟ ਇਹੋ ਜਿਹਾ ਦੇਖਣ ਨੂੰ ਮਿਲਦਾ ਹੈ ਜੋ ਸਿਰਫ ਇਹੀ ਕਹਿੰਦਾ ਹੈ ਕਿ ਜੇ ਅੱਜ ਮੈਂ ਬਾਹਰ ਜਾ ਰਿਹਾ ਹੈਗਾ ਵਾ ਕਿਤੇ ਘੁੰਮਣ ਫਿਰਨ ਤੇ ਤੂੰ ਵੀ ਮੇਰੇ ਨਾਲ ਚੱਲ ਪੈ। ਹੁਣ ਸਾਨੂੰ ਇਹ ਦੇਖਣਾ ਪਵੇਗਾ ਜਾਂ ਇਹ ਸਮਝਣਾ ਪਵੇਗਾ ਇੱਕ ਵਿਦਿਆਰਥੀ ਦੇ ਤੌਰ ਤੇ ਕਿ ਸਾਡਾ ਗੁੱਟ ਕਿਹੋ ਜਿਹਾ ਹੈਗਾ। ਜੇ ਸਾਡਾ ਗੁੱਟ ਚੰਗਾ ਹੋਵੇਗਾ ਤੇ ਆਪਾਂ ਵੀ ਇਸ ਦੇਸ਼ ਦੀ ਤਰੱਕੀ ਵਾਸਤੇ ਇੱਕ ਹਿੱਸੇਦਾਰੀ ਦੇ ਸਕਦੇ ਹਾਂ। ਇੱਕ ਗੁੱਟ 'ਚ ਇੱਦਾਂ ਦੀਆਂ ਵੀ ਡਿਸਕਸ਼ਨਾਂ ਹੁੰਦੀਆਂ ਜਿੱਦਾਂ ਹੁਣ ਅੱਜ ਸਾਡਾ ਗੁੱਟ ਬੈਠਾ ਹੈ, ਇਹ ਸਾਡਾ ਗੁੱਟ ਵੀ ਇੱਕ ਡਿਸਕਸ਼ਨ ਕਰ ਰਿਹਾ ਕਿ ਯੁਵਾ ਨੂੰ ਕਿੱਦਾਂ ਸੁਧਾਰਿਆ ਜਾ ਸਕਦਾ ਹੈ। ਹੁਣ ਇਹ ਗੁੱਟ ਗਲਤ ਨਹੀਂ ਹੈ, ਇਹ ਗੁੱਟ ਸਾਡੇ ਦੇਸ਼ ਦੀ ਪ੍ਰਵਿਰਤੀ ਨੂੰ ਜਾਂ ਸਾਡੇ ਪੰਜਾਬ ਨੂੰ ਸੁਧਾਰਨ ਦੀ ਗੱਲ ਕਰ ਰਿਹਾ। ਪਰ ਇੱਕ ਗੁੱਟ ਇਹੋ ਜਿਹਾ ਵੀ ਹੁੰਦਾ ਹੈ ਜੋ ਆਪਸ ਦੇ ਵਿੱਚ ਹੀ ਵੈਰ ਵਿਰੋਧ ਜਾਂ ਆਪਸ ਦੇ ਵਿੱਚ ਲੜਾਈ ਝਗੜੇ ਕਾਰਨ ਕਾਫੀ ਤੇਜ਼ੀ ਨਾਲ ਕ੍ਰਾਈਮ ਰੇਟ ਨੂੰ ਵਧਾਵਾ ਦੇ ਰਿਹਾ। ਇੱਕ ਬੱਚਾ ਜਿਹੜਾ ਸਭ ਤੋਂ ਪਹਿਲਾਂ ਆਪਣੇ ਘਰੋਂ ਸਿੱਖਦਾ ਹੈ ਕਿ ਉਹਨੇ ਕਿਵੇਂ ਜਾ ਕੇ ਬਾਹਰ ਰਹਿਣਾ ਹੈ, ਸਮਾਜ ਦੇ ਵਿੱਚ ਉਹਨੇ ਕਿਵੇਂ ਵਰਤਣਾ ਹੈ, ਕਿਵੇਂ ਕਿਸੇ ਨੂੰ ਮਿਲਣਾ ਹੈ, ਤੇ ਉਸ ਤੋਂ ਬਾਅਦ ਸਮਾਜ ਵਿੱਚ ਰਹਿ ਕੇ ਉਹ ਬਹੁਤ ਸਾਰੇ ਗੁੱਟਾਂ ਦਾ ਹਿੱਸਾ ਬਣ ਜਾਂਦਾ ਹੈ। ਤੇ ਇਹ ਵੀ ਬੱਚੇ ਦੇ ਦਿਮਾਗ ਦੇ ਉੱਤੇ, ਬੱਚੇ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨੇ ਕਿਸ ਗੁੱਟ ਦੀ ਚੋਣ ਕਰਨੀ ਹੈ ਤੇ ਕਿਸ ਲਈ ਕਰਨੀ ਹੈ ਨਾ, ਕਿਸ ਟੌਪਿਕ ਦੀ ਚੋਣ ਕਰਨੀ ਹੈ ਤੇ ਕਿਸ ਲਈ ਕਰਨੀ ਹੈ, ਇਹ ਬੱਚੇ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਰਾਜਵਿੰਦਰ, ਇਹ ਤਾਂ ਆਪਾਂ ਕਾਰਨਾਂ ਦੀ ਗੱਲ ਕੀਤੀ ਕਿ ਅਪਰਾਧਿਕ ਗਤੀਵਿਧੀਆਂ ਕਿਵੇਂ ਵੱਧ ਰਹੀਆਂ ਨੇ, ਹੁਣ ਇਹਨਾਂ ਨੂੰ ਆਪਾਂ ਰੋਕ ਕਿਵੇਂ ਸਕਦੇ ਹਾਂ? ਮੈਡਮ, ਬੜਾ ਨਾ ਸਧਾਰਨ ਜਿਹਾ ਤਰੀਕਾ ਹੈਗਾ ਜਿਹਦੇ ਤੇ ਮੈਨੂੰ ਲੱਗਦਾ ਜ਼ਿਆਦਾ ਕੰਮ ਨਹੀਂ ਕੀਤਾ ਜਾਂਦਾ। ਜਦੋਂ ਆਪਾਂ ਮੂਲ ਕਾਰਨਾਂ ਨੂੰ ਸਮਝਣ ਲੱਗਦੇ ਹਾਂ ਨਾ, ਤੇ ਉੱਪਰੋਂ ਕਾਰਨ ਬਹੁਤ ਸਾਰੇ ਨਿਕਲ ਆਉਂਦੇ ਆ ਨੌਜਵਾਨਾਂ ਦੇ ਹਿੰਸਕ ਗਤੀਵਿਧੀਆਂ ਵੱਲ ਜਾਣ ਦੇ। ਪਰ ਮੂਲ ਰੂਪ ਵਿੱਚ ਉਹਨਾਂ ਨੂੰ ਜੇ ਸਮਝਿਆ ਜਾਵੇ ਤਾਂ ਇੱਕੋ ਜਗ੍ਹਾ ਜਾ ਕੇ ਰੁਕਦੇ ਆ ਕਿ ਜਾਂ ਤੇ ਉਹਨਾਂ ਨੂੰ ਵੱਡੇ ਹੁੰਦਿਆਂ ਆਪਣੇ ਘਰ ਪਰਿਵਾਰ, ਆਪਣੇ ਆਲੇ ਦੁਆਲੇ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਦਾ ਕਿ ਉਹ ਚੰਗੀ ਦਿਸ਼ਾ 'ਚ ਜਾ ਸਕਣ, ਜਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਾਜਿਕ ਹਾਲਾਤ ਜਿਹੜੇ ਆ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਕਰਦੇ ਆ, ਕੋਈ ਥੋੜ ਦੀ ਭਾਵਨਾ ਪੈਦਾ ਕਰਦੇ ਆ। ਉੱਥੋਂ ਉਹਨਾਂ 'ਚ ਜਿਹੜਾ ਲਾਲਚ ਪੈਦਾ ਹੁੰਦਾ ਹੈ, ਭਾਵੇਂ ਉਹ ਰੁਤਬੇ ਦੇ ਲਈ ਹੋਵੇ, ਭਾਵੇਂ ਪੈਸੇ ਦੇ ਲਈ ਹੋਵੇ, ਭਾਵੇਂ ਕਿਸੇ ਵੀ ਤਰ੍ਹਾਂ ਦੀ ਚੀਜ਼ ਦੇ ਲਈ, ਉਹ ਲਾਲਚ ਜਿਹੜਾ ਹੈ ਉਹਨਾਂ ਨੂੰ ਗਲਤ ਚੀਜ਼ਾਂ ਵੱਲ ਲੈ ਕੇ ਜਾਂਦਾ ਹੈ। ਉਹਨਾਂ ਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈ ਕਿ ਛੋਟੀ ਉਮਰ ਤੋਂ ਬੱਚਿਆਂ ਦੀ ਮਨੋਬਿਰਤੀ ਤੇ ਕੰਮ ਕੀਤਾ ਜਾਵੇ, ਉਹਨਾਂ ਦੇ ਘਰ ਪਰਿਵਾਰ 'ਚ, ਉਹਨਾਂ ਦੇ ਵੱਡਿਆਂ ਵੱਲੋਂ, ਉਹਨਾਂ ਦੇ ਸਕੂਲ ਵਿੱਚ, ਉਹਨਾਂ ਦੇ ਅਧਿਆਪਕਾਂ ਵੱਲੋਂ। ਆਪਣੇ ਹਰ ਇੱਕ ਧਰਮ ਦੇ ਵਿੱਚ, ਹਰ ਇੱਕ ਸਮਾਜ ਦੇ ਵਿੱਚ ਬੜੀਆਂ ਚੰਗੀਆਂ ਵੈਲਿਊਜ਼ ਨੇ, ਐਥੀਕਲ ਸਿਸਟਮ ਹੈਗੇ ਆ ਜਿਨ੍ਹਾਂ ਦੇ ਵਿੱਚ ਸਬਰ, ਸੰਤੋਖ, ਸਿਦਕ, ਇਹੋ ਜਿਹੀਆਂ ਜਿਹੜੀਆਂ ਵੈਲਿਊਜ਼ ਨੇ ਉਹ ਸਾਨੂੰ ਹਰ ਹਾਲਾਤ ਦੇ ਨਾਲ ਜੂਝਣ ਦੀ ਜਿਹੜੀ ਸਮਰੱਥਾ ਉਹ ਦਿੰਦੀਆਂ। ਆਪਣੇ ਹੱਕ ਦੇ ਲਈ ਖੜੇ ਹੋਣਾ, ਮਿਹਨਤ ਦੀ ਤੇ ਹੱਕ ਦੀ ਕਮਾਈ ਕਰਕੇ ਖਾਣਾ। ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਛੋਟੀ ਉਮਰ ਤੋਂ ਸਿਰਫ ਘਰ ਪਰਿਵਾਰ ਦੇ ਵਿੱਚ ਹੀ ਬੱਚਾ ਸਿੱਖ ਸਕਦਾ ਹੈ, ਜਾਂ ਫਿਰ ਸਕੂਲ ਜਾਂ ਕਾਲਜ ਦੇ ਵਿੱਚ ਜਦੋਂ ਕਿ ਉਹਦੀ ਮਨੋਬਿਰਤੀ ਢਲ ਰਹੀ ਹੁੰਦੀ ਹੈ। ਉਹਨਾਂ ਚੀਜ਼ਾਂ ਦਾ ਅਸਰ ਜੇ ਸਹੀ ਦਿਸ਼ਾ ਦੇ ਵਿੱਚ ਚੰਗੇ ਬੁਨਿਆਦੀ ਤੌਰ ਤੇ ਕੀਤਾ ਜਾਵੇ ਤੇ ਗਿੱਲੀ ਮਿੱਟੀ ਨੂੰ ਕਿਸੇ ਵੀ ਤਰ੍ਹਾਂ ਢਾਲਿਆ ਜਾ ਸਕਦਾ ਹੈ। ਤੇ ਮੈਨੂੰ ਲੱਗਦਾ ਜੋ ਚੀਜ਼ਾਂ ਆਪਾਂ ਹੁਣ ਗੱਲ ਕੀਤੀ ਹੈ ਜਿਨ੍ਹਾਂ ਦੀ, ਇੱਥੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਢਾਲਿਆ ਜਾ ਸਕਦਾ। ਬਿਲਕੁਲ ਸਹੀ ਗੱਲ ਕੀਤੀ ਹੈ ਕਿ ਸਬਰ, ਸਿਦਕ ਤੇ ਸੰਤੋਖ ਦੇ ਨਾਲ ਆਪਾਂ ਇੱਕ ਬੱਚੇ ਦੀ ਜਿਹੜੀ ਮਨੋਵਿਰਤੀ ਆ ਉਹ ਬਦਲ ਸਕਦੇ ਹਾਂ। ਕਮਲਪ੍ਰੀਤ, ਤੁਹਾਨੂੰ ਕੀ ਲੱਗਦਾ ਹੈ ਕਿ ਆਪਾਂ ਕਿਵੇਂ ਅਪਰਾਧਿਕ ਗਤੀਵਿਧੀਆਂ ਨੂੰ ਰੋਕ ਸਕਦੇ ਹਾਂ ਯੁਵਾਵਾਂ ਦੇ ਵਿੱਚ? ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦਾ ਸਭ ਤੋਂ ਪਹਿਲਾ ਜਿਹੜਾ ਤਰੀਕਾ ਹੈ ਕਿ ਆਪਾਂ ਜਿਹੜਾ ਐਜੂਕੇਸ਼ਨ ਹੈ ਉਹਦਾ ਮਕਸਦ ਇਹ ਬਣਾਈਏ ਕਿ ਆਪਾਂ ਚੰਗੇ ਕਿਰਦਾਰ ਵਾਲੇ ਇਨਸਾਨ ਪੈਦਾ ਕਰਨੇ ਹਨ, ਕਿ ਆਪਾਂ ਸਿਰਫ ਇੱਕ ਡਿਗਰੀ ਲੈਣ ਵਾਸਤੇ ਨਹੀਂ ਪੜ੍ਹਨਾ, ਆਪਾਂ ਇੱਕ ਚੰਗਾ ਕਿਰਦਾਰ ਬੱਚਿਆਂ 'ਚ ਪੈਦਾ ਕਰਨਾ ਹੈ। ਤੇ ਮਾਂ-ਬਾਪ ਨੂੰ ਉਹਨਾਂ ਕੰਮਾਂ ਤੋਂ ਪਹਿਲੇ ਆਪ ਗੁਰੇਜ਼ ਕਰਨਾ ਚਾਹੀਦਾ ਹੈ ਜਿਹੜੇ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਵੀ ਕਰਨ, ਕਿਉਂਕਿ ਜੋ ਬੱਚੇ ਦੇਖਣਗੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਜ਼ਰੂਰ ਜਾਏਗਾ। ਤੇ ਆਪਾਂ ਉਹਨਾਂ ਨੂੰ ਫਿਰ ਸਿੱਧੇ ਤੌਰ ਤੇ ਮਨਾ ਨਹੀਂ ਕਰ ਸਕਦੇ ਕਿ ਤੁਸੀਂ ਇਹ ਕੰਮ ਨਾ ਕਰੋ, ਕਿਉਂਕਿ ਉਹਨਾਂ ਨੇ ਸਾਨੂੰ ਇਹ ਕੰਮ ਕਰਦੇ ਦੇਖਿਆ ਹੈ। ਤੇ ਦੂਸਰੀ ਗੱਲ ਕਿ ਪੜ੍ਹਾਈ ਵਿੱਚ ਇੱਕ ਪੁਆਇੰਟ ਮੈਂ ਇੱਥੇ ਹੋਰ ਐਡ ਕਰਨਾ ਚਾਹੂੰਗੀ। ਸਾਡਾ ਦੇਸ਼ ਕਈ ਧਰਮਾਂ ਦਾ ਦੇਸ਼ ਹੈ ਤੇ ਸਾਨੂੰ ਜ਼ਰੂਰ ਬੱਚਿਆਂ ਨੂੰ ਇਹ
ਚੀਜ਼ ਸਿਖਾਉਣੀ ਚਾਹੀਦੀ ਹੈ ਕਿ ਕੋਈ ਵੀ ਚੰਗੀ ਚੀਜ਼ ਜਿਹੜੀ ਸਾਨੂੰ ਹਰ ਧਰਮ ਤੋਂ ਮਿਲਦੀ ਹੈ ਉਹ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ। ਅਤੇ ਇਸ ਨਾਲ ਇੱਕ ਇਹ ਭਾਵਨਾ ਬੱਚਿਆਂ 'ਚ ਜਾਏਗੀ ਕਿ ਕੋਈ ਵੀ ਧਰਮ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਦੂਸਰੇ ਨੂੰ ਮਾਰੋ, ਦੂਸਰੇ ਦਾ ਬੁਰਾ ਕਰੋ। ਇੱਕ ਤਾਂ ਉਹਨਾਂ 'ਚ ਚੰਗਾ ਕਿਰਦਾਰ ਆਏਗਾ ਅਤੇ ਸਾਡਾ ਜਿਹੜਾ ਦੇਸ਼ ਹੈ ਇੱਕ ਡਾਇਵਰਸਿਟੀ ਵਾਲਾ ਦੇਸ਼ ਹੈ ਅਤੇ ਉਹਨਾਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਰਹਿਣਾ ਆਏਗਾ ਅਤੇ ਜਿਹੜੀਆਂ ਲੜਾਈਆਂ ਧਰਮਾਂ ਦੇ ਨਾਮ 'ਤੇ ਹੁੰਦੀਆਂ ਹਨ ਉਹਨਾਂ 'ਤੇ ਵੀ ਆਪਾਂ ਕਿਤੇ ਨਾ ਕਿਤੇ ਇੱਕ ਠੱਲ ਪਾ ਸਕਾਂਗੇ। ਬਹੁਤ ਵਧੀਆ ਗੱਲ ਕੀਤੀ ਹੈ। ਤੇ ਇਹੀ ਸਵਾਲ ਜੇ ਮੈਂ ਸੌਰਵ ਤੁਹਾਡੇ ਤੋਂ ਕਰਾਂ ਤੇ ਕਿਵੇਂ ਆਪਾਂ ਰੋਕ ਲਗਾ ਸਕਦੇ ਹਾਂ ਇਹਦੇ ਤੇ? ਇਸ 'ਤੇ ਰੋਕ ਲਗਾਉਣ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਯੁਵਾ ਵਰਗ ਦੇ ਵਿੱਚ ਇਹ ਪ੍ਰਵਿਰਤੀ ਆਉਂਦੀ ਕਿੱਥੋਂ ਹੈ, ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਹੈ ਕਿ ਆਪਾਂ ਇਸ ਰਾਹ 'ਤੇ ਤੁਰੀਏ। ਅਤੇ ਸਭ ਤੋਂ ਪਹਿਲਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਵਿਦਿਆਰਥੀ ਜੀਵਨ ਦੇ ਵਿੱਚ ਉਹਨਾਂ ਨੂੰ ਵਿੱਦਿਆ ਲੈਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਉਹ ਵਿੱਦਿਆ ਨਹੀਂ ਲੈ ਪਾਉਂਦੇ। ਕਈ ਕਾਰਨ, ਕੁਝ ਆਰਥਿਕ ਕਾਰਨ ਵੀ ਹੋ ਜਾਂਦੇ ਹਨ, ਅਤੇ ਕਈ ਵਾਰ ਯੁਵਾ ਖੁਦ ਹੀ ਉਸ ਸਮਾਜ ਦੇ ਵਿੱਚ ਨਹੀਂ ਰਹਿ ਪਾਉਂਦਾ ਜੋ ਕਿ ਸਮਾਜ ਪੜ੍ਹਿਆ ਲਿਖਿਆ ਵਰਗ ਹੁੰਦਾ ਹੈ। ਉਹ ਇੱਕ ਇੱਦਾਂ ਦੇ ਸਮਾਜ ਦੇ ਵਿੱਚ ਰਹਿ ਰਿਹਾ ਹੁੰਦਾ ਹੈ ਜਾਂ ਇੱਦਾਂ ਦੇ ਸਮਾਜ ਦੇ ਵਿੱਚ ਵਿਚਰ ਰਿਹਾ ਹੁੰਦਾ ਜਿੱਥੇ ਪੜ੍ਹਾਈ ਨੂੰ ਇੰਨੀ ਵੱਡੀ ਤਵੱਜੋ ਨਹੀਂ ਦਿੱਤੀ ਜਾਂਦੀ। ਅਤੇ ਸਾਨੂੰ ਇਸ ਚੀਜ਼ ਨੂੰ ਸੁਧਾਰਨ ਦੇ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਵੱਡੇ ਤੌਰ 'ਤੇ ਜਾਂ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਜਿਹੜਾ ਯੁਵਾ ਹੈ, ਜਿਹੜਾ ਯੁਵਾ ਵਰਗ ਜਿੱਥੇ ਜਿੱਥੇ ਵੀ ਰਹਿ ਰਿਹਾ ਹੈ, ਉਸ ਯੁਵਾ ਵਰਗ ਨੂੰ ਪਹਿਲਾਂ ਤਾਂ ਵੱਡੇ ਵੱਡੇ ਕੈਂਪੇਨਾਂ ਦੇ ਥਰੂ ਇਹ ਸੁਚੇਤ ਕੀਤਾ ਜਾਣਾ ਚਾਹੀਦਾ ਹੈ ਕਿ ਵਿਦਿਆਰਥੀ ਨਾਮ ਕੁਤੋ ਸੁਖਮ ਸੁਖਾਰਥੀ ਨਾਮ ਕੁਤੋ ਵਿਦਿਆ, ਵਿਦਿਆਰਥੀ ਵਤ ਅਜੇ ਸੁਖਮ ਸੁਖਾਰਥੀ ਵਤ ਅਜੇ ਵਿਦਿਆ। ਕਿ ਵਿੱਦਿਆ ਜਦੋਂ ਆਪਾਂ ਪ੍ਰਾਪਤ ਕਰਨੀ ਹੈ ਤੇ ਸਾਨੂੰ ਸੁੱਖ ਦੀ ਅਨੁਭੂਤੀ ਨਹੀਂ ਲੈਣੀ ਚਾਹੀਦੀ ਹੈ। ਉਸ ਟਾਈਮ ਇਹ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਹੁਣ ਜੇ ਅੱਜ ਵਿੱਦਿਆ ਲੈ ਰਹੇ ਹਾਂ ਤੇ ਕੱਲ੍ਹ ਹੀ ਸਾਨੂੰ ਨੌਕਰੀ ਮਿਲ ਜਾਵੇ। ਸਾਨੂੰ ਇੱਕ ਸਮੇਂ ਸਿਰ ਹੀ ਜਿਹੜੀ ਚੀਜ਼ਾਂ ਜੋ ਸਮੇਂ ਸਿਰ ਮਿਲਦੀਆਂ ਉਹ ਸਮੇਂ ਸਿਰ ਹੀ ਮਿਲਣੀ ਹੈ। ਵਿਦਿਆਰਥੀ ਦੇ ਜੀਵਨ ਦੇ ਵਿੱਚ ਸਾਨੂੰ ਪਹਿਲਾਂ ਇੱਕ ਚੰਗੀ ਵਿੱਦਿਆ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਆਪਣੇ ਦਿਮਾਗ ਨੂੰ ਉਸ ਲੈਵਲ ਤੇ ਸਥਾਪਿਤ ਕਰ ਲੈਣਾ ਚਾਹੀਦਾ ਜਦੋਂ ਸਾਨੂੰ ਸਹੀ ਗਲਤ ਚੀਜ਼ਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਵੇ। ਹੁਣ ਦੂਜੀ ਗੱਲ ਇਹ ਆਉਂਦੀ ਹੈ ਕਿ ਜਦੋਂ ਵਿਦਿਆਰਥੀਆਂ ਦੇ ਵਿੱਚ ਜਾਂ ਯੁਵਾਵਾਂ ਦੇ ਵਿੱਚ ਜਦੋਂ ਇੱਕ ਲੈਵਲ ਤੇ ਜਦੋਂ 18 ਸਾਲ ਦੀ ਉਮਰ ਤੋਂ ਬਾਅਦ ਜਦੋਂ ਯੁਵਾ ਵਰਗ ਵੋਟ ਪਾਉਣ ਜਾਂਦਾ ਹੈ, ਜਦੋਂ ਚੋਣ ਹੁੰਦੇ ਹਨ ਤਾਂ ਵੋਟ ਪਾਉਣ ਜਾਂਦਾ ਹੈ, ਤੇ ਕਈ ਵਾਰ ਯੁਵਾਵਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਸਾਡੇ ਕੌਂਸਟੀਟੂਐਂਸੀ ਦੇ ਵਿੱਚ ਖੜਾ ਕੌਣ ਹੈ। ਸਾਨੂੰ ਇਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਤੇ ਰਾਜਵਿੰਦਰ, ਤੁਸੀਂ ਵੀ ਇਸ ਗੱਲ ਜੋ ਸੌਰਵ ਨੇ ਕਿਹਾ ਉਸ ਵਿੱਚ ਕੁਝ ਐਡ ਕਰਨਾ ਚਾਹੁੰਦੇ ਹੋ? ਹਾਂਜੀ ਬੇਸ਼ੱਕ ਮੈਡਮ, ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਅਪਰਾਧ ਵੱਲੋਂ ਜੇ ਮੋੜਨਾ ਹੈ ਨਾ, ਤੇ ਉਹਦੇ ਲਈ ਇੱਕ ਦੋ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿਵੇਂ ਕਿ ਕਵਲ ਜੀ ਨੇ ਪਹਿਲੇ ਗੱਲ ਕੀਤੀ ਸੀ ਕਿ ਬੇਰੁਜ਼ਗਾਰੀ ਜਾਂ ਐਜੂਕੇਸ਼ਨ 'ਤੇ ਕੰਮ ਕਰਨਾ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਸਮਾਜਿਕ ਅਨਿਆਂ ਜਿਹੜਾ ਹੈ ਨਾ, ਜਿਹਦੇ 'ਚ ਆਪਾਂ ਜੇ ਬੇਰੁਜ਼ਗਾਰੀ ਦੀ ਗੱਲ ਕਰ ਲਈਏ ਜਾਂ ਗਰੀਬੀ ਦੀ ਗੱਲ ਕਰ ਲਈਏ, ਉਹ ਚੀਜ਼ਾਂ ਅਪਰਾਧਿਕ ਗਤੀਵਿਧੀਆਂ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਪਹਿਲਾਂ ਅਪਰਾਧ ਕਰਨ ਬਾਰੇ ਸੋਚਦੇ ਵੀ ਨਹੀਂ ਹੈਗੇ, ਉਹਨਾਂ ਦੇ ਮਨ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਦਾ ਜਿਹੜਾ ਬੀਜ ਹੈ ਨਾ, ਉਹ ਸਮਾਜਿਕ ਅਨਿਆਂ ਤੋਂ ਪੈਦਾ ਹੁੰਦਾ ਹੈ। ਜੇ ਆਪਾਂ ਬੇਰੁਜ਼ਗਾਰੀ ਦੀ ਗੱਲ ਕਰ ਲਈਏ ਤਾਂ ਸਰਕਾਰੀ ਆંકੜਾ ਹੈ ਕਿ ਪਿਛਲੇ 8 ਸਾਲਾਂ ਦੇ ਵਿੱਚ 22 ਕਰੋੜ ਜਿਹੜੇ ਨੌਜਵਾਨ ਨੇ ਉਹਨਾਂ ਨੇ ਨੌਕਰੀਆਂ ਲਈ ਅਪਲਾਈ ਕੀਤਾ, ਪਰ ਉਹਦੇ 'ਚੋਂ 7,22,000 ਨੂੰ ਨੌਕਰੀ ਮਿਲੀ ਹੈ। ਅਤੇ ਮੈਨੂੰ ਲੱਗਦਾ ਜਿਹੜੇ ਬਾਕੀ ਨੌਜਵਾਨ ਨੇ ਉਹਨਾਂ ਦੇ ਵਿੱਚ ਉਹ ਬੇਸ਼ੱਕ ਰੋਸ ਪ੍ਰਦਰਸ਼ਨ ਕਰਨਗੇ, ਪਰ ਕੁਝ ਸਮੇਂ ਬਾਅਦ ਉਹ ਨਿਰਾਸ਼ਾਵਾਦੀ ਹੋ ਜਾਂਦੇ ਹੈ। ਉਹ ਨਿਰਾਸ਼ਾਵਾਦੀ ਮਨੋਬਿਰਤੀ ਜਿਹੜੀ ਹੈ ਨਾ, ਉਹ ਉਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੰਦੀ ਹੈ। ਜਾਂ ਤਾਂ ਉਹ ਹਿੰਸਕ ਹੋ ਜਾਂਦੇ ਹੈ, ਅਤੇ ਜਾਂ ਉਹ ਇਸ ਨਿਰਾਸ਼ਾਵਾਦੀ ਮਨੋਬਿਰਤੀ ਤੋਂ ਨਿਕਲਣ ਦੇ ਲਈ, ਸਮਾਜਿਕ ਹਾਲਾਤਾਂ ਤੋਂ ਬਚਣ ਦੇ ਲਈ ਉਹ ਕੁਝ ਜਗ੍ਹਾ ਭਾਲਦੇ ਆ ਜਿਨ੍ਹਾਂ ਦੇ ਵਿੱਚ ਕਿ ਨਸ਼ਿਆਂ ਦੀ ਆਪਾਂ ਜੇ ਗੱਲ ਕਰ ਲਈਏ, ਉਹ ਡਰੱਗ ਅਬਿਊਜ਼ ਵੱਲ ਚਲੇ ਜਾਂਦੇ ਹੈ। ਅਤੇ ਜਦੋਂ ਉਹ ਚੀਜ਼ਾਂ ਵੱਧਦੀਆਂ ਨੇ, ਚੋਰੀ ਫਿਰ ਡਕੈਤੀ 'ਚ ਬਦਲ ਜਾਂਦੀਆਂ। ਇਹਨਾਂ ਚੀਜ਼ਾਂ ਤੋਂ ਜੇ ਉਹਨਾਂ ਨੂੰ ਬਚਾਉਣਾ ਹੈ ਅਤੇ ਮੈਨੂੰ ਲੱਗਦਾ ਸਮਾਜਿਕ ਅਨਿਆਂ, ਜੇ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਕਿ 1937 ਦੇ ਵਿੱਚ ਮਹਾਤਮਾ ਗਾਂਧੀ ਨੇ ਗੱਲ ਕੀਤੀ ਸੀ ਕਿ ਸਾਖਰਤਾ ਅਤੇ ਸਿੱਖਿਆ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਕਿ ਕੁਸ਼ਲਤਾ ਵਿੱਚੋਂ ਰਹਿ ਜਾਂਦੀ ਹੈ। ਉਹਦੇ 'ਤੇ ਬਹੁਤ ਸਾਰੇ ਕੰਮ ਹੋ ਰਹੇ ਨੇ, ਅਤੇ ਮੈਨੂੰ ਲੱਗਦਾ ਸਮਾਜ ਦੇ ਵਿੱਚ ਬੱਚਿਆਂ ਦੀ ਕੁਸ਼ਲਤਾ ਨੂੰ ਵਧਾਉਣ ਵਾਸਤੇ ਹੋਰ ਜ਼ਿਆਦਾ ਕੰਮ ਜਿਹੜੇ ਉਹ ਹੋਣੇ ਚਾਹੀਦੇ ਹੈ, ਜਿਹਦੇ ਨਾਲ ਕਿ ਉਹਨਾਂ ਨੂੰ ਰੁਜ਼ਗਾਰ ਜਦੋਂ ਮਿਲ ਜਾਂਦਾ ਹੈ ਫਿਰ ਉਹ ਇੰਨੇ ਵਿਹਲੇ ਨਹੀਂ ਹੁੰਦੇ ਕਿ ਉਹ ਅਪਰਾਧਿਕ ਗਤੀਵਿਧੀਆਂ ਵੱਲ ਜਾਂ ਆਪਣਾ ਰੁਜ਼ਗਾਰ ਚਲਾਉਣ ਦੇ ਲਈ ਉਹ ਆਪ ਕਾਬਲ ਹੁੰਦੇ ਆ, ਉਹਨਾਂ ਨੂੰ ਅਪਰਾਧ ਦਾ ਸਹਾਰਾ ਨਹੀਂ ਲੈਣਾ ਪੈਂਦਾ। ਦੂਜੀ ਚੀਜ਼ ਜਿਹੜੀ ਮੈਨੂੰ ਲੱਗਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਨੌਜਵਾਨਾਂ ਨੂੰ ਇੱਕ ਚੀਜ਼ ਇਹ ਮਹਿਸੂਸ ਹੁੰਦੀ ਹੈ ਕਿ ਉਹਨਾਂ ਨੂੰ ਭਾਵਨਾਤਮਕ ਪੱਧਰ 'ਤੇ ਸਮਝਿਆ ਨਹੀਂ ਜਾਂਦਾ। ਜਦੋਂ ਬੱਚਾ ਪਹਿਲੀ ਗਲਤੀ ਕਰਦਾ ਹੈ ਅਤੇ ਉਹਨੂੰ ਡਾਂਟ ਕੇ ਜਾਂ ਕੁੱਟ ਕੇ ਦੱਬ ਦਿੱਤਾ ਜਾਂਦਾ ਹੈ, ਅਤੇ ਮੈਨੂੰ ਲੱਗਦਾ ਉਹਦੇ ਵਿੱਚੋਂ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ। ਇਹ ਬਹੁਤ ਵੱਡਾ ਕਾਰਨ ਹੈ। ਇਹਦੇ 'ਤੇ ਬਹੁਤ ਰਿਸਰਚ ਹੋਈ, ਬਹੁਤ ਵਿਦਵਾਨਾਂ ਨੇ ਇਸ 'ਤੇ ਗੱਲ ਕੀਤੀ ਹੈ ਕਿ ਨੌਜਵਾਨ ਜਿਹੜਾ ਹੈ ਉਹ ਅਪਰਾਧ ਦੀ ਦਲਦਲ ਦੇ ਵਿੱਚ ਉਦੋਂ ਫਸਦਾ ਹੈ ਜਦੋਂ ਉਹਨੂੰ ਲੱਗਦਾ ਕਿ ਉਹਦੇ ਆਸ-ਪਾਸ ਦੇ ਲੋਕ, ਉਹਦੇ ਘਰ ਪਰਿਵਾਰ ਦੇ ਜਿਹੜੇ ਮੈਂਬਰ ਨੇ, ਉਹਨਾਂ ਨੂੰ ਭਾਵਨਾਤਮਕ ਪੱਧਰ 'ਤੇ ਨਹੀਂ ਸਮਝਦੇ। ਅਤੇ ਇਹਦੇ ਤੋਂ ਬਚਾਅ ਦੇ ਲਈ ਮੈਨੂੰ ਲੱਗਦਾ ਸਭ ਤੋਂ ਵਧੀਆ ਤਰੀਕਾ ਹੈਗਾ, ਜੋ ਇਸ ਟਾਈਮ ਵੀ ਕਾਲਜਿਸ ਦੇ ਵਿੱਚ, ਸਕੂਲਾਂ ਦੇ ਵਿੱਚ ਹੈਗਾ, ਇੱਕ ਮੈਂਟਲ ਕਾਉਂਸਲਿੰਗ ਹੁੰਦੀ ਹੈ ਬੱਚਿਆਂ ਦੀ, ਅਤੇ ਉਹਦੇ ਵਿੱਚ
ਖਾਮੀ ਇਹ ਹੈ ਕਿ ਆਪਣੇ ਹੀ ਕਿਸੇ ਟੀਚਰ ਨੂੰ ਬਿਠਾ ਦਿੱਤਾ ਜਾਂਦਾ ਜਿਹੜਾ ਕਿ ਪ੍ਰੋਫੈਸ਼ਨਲੀ ਕੁਆਲੀਫਾਈਡ ਨਹੀਂ ਹੁੰਦਾ, ਅਤੇ ਉਹ ਬੱਚੇ ਨੂੰ ਉਸ ਪੱਧਰ ਤੱਕ ਸਮਝਣ ਜਾਂ ਸਮਝਾਉਣ ਦੀ ਜਿਹੜੀ ਗੱਲ ਹੈ ਉਹ ਨਹੀਂ ਕਰ ਪਾਉਂਦੇ। ਅਤੇ ਮੈਨੂੰ ਲੱਗਦਾ ਕਿ ਪ੍ਰੋਫੈਸ਼ਨਲ ਜਿਹੜੀ ਮੈਂਟਲ ਕਾਉਂਸਲਿੰਗ ਹੈ ਬੱਚਿਆਂ ਦੀ ਮਨੋਸਥਿਤੀ ਨੂੰ ਸਮਝਣ ਦੀ ਅਤੇ ਉਹਨਾਂ ਨੂੰ ਭਾਵਨਾਤਮਕ ਪੱਧਰ 'ਤੇ ਸਪੋਰਟ ਕਰਨ ਦੀ, ਤਾਂ ਕਿ ਉਹ ਉਸ ਰਾਸਤੇ ਜਾਣ ਤੋਂ ਪਹਿਲਾਂ ਹੀ ਮੁੜ ਜਾਣ, ਕਿਉਂਕਿ ਉਹਨਾਂ ਨੂੰ ਉਹਨਾਂ ਨਤੀਜਿਆਂ ਦੀ ਜਾਣਕਾਰੀ ਦਿੱਤੀ ਜਾਵੇ, ਉਹਨਾਂ ਨੂੰ ਸਹੀ ਰਾਸਤੇ ਦਾ ਮਤਲਬ ਸਮਝਾਇਆ ਜਾਵੇ ਕਿ ਜ਼ਿੰਦਗੀ ਦੇ ਵਿੱਚ ਚੰਗੇ ਆਚਰਨ ਦੇ ਨਾਲ, ਚੰਗੀਆਂ ਕਦਰਾਂ ਕੀਮਤਾਂ ਦੇ ਉੱਪਰ ਉਹ ਜ਼ਿੰਦਗੀ ਜਿਉਂਦੇ ਅਤੇ ਉਹਨਾਂ ਨੂੰ ਸਹੀ ਮਾਇਨੇ 'ਚ ਰੁਤਬਾ ਮਿਲਦਾ। ਜੇ ਉਹ ਸੌਖੇ ਰਸਤੇ ਅਪਰਾਧ ਦੇ ਰਾਹ 'ਤੇ ਚੱਲਦੇ ਅਤੇ ਉਹਦੇ ਨਤੀਜੇ ਹਮੇਸ਼ਾ ਮਾੜੇ ਹੁੰਦੇ ਹੈ। ਇਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਭਾਵਨਾਤਮਕ ਪੱਧਰ 'ਤੇ ਸਮਝ ਕੇ ਉਹਨਾਂ ਦੀ ਮਨੋਸਥਿਤੀ ਦੇ 'ਤੇ ਕੰਮ ਕਰਕੇ ਹੀ ਉਹਨਾਂ ਨੂੰ ਅਪਰਾਧ ਵੱਲੋਂ ਮੋੜਿਆ ਜਾ ਸਕਦਾ ਹੈ। ਤੇ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਰਾਜਵਿੰਦਰ ਨੇ ਕਿ ਇੱਕ ਖਾਲੀ ਦਿਮਾਗ ਜਿਹੜਾ ਹੁੰਦਾ ਉਹ ਸ਼ੈਤਾਨ ਦਾ ਘਰ ਹੁੰਦਾ। ਜੇ ਉਹੀ ਦਿਮਾਗ ਨੂੰ ਆਪਾਂ ਕਿਸੇ ਚੰਗੇ ਪਾਸੇ ਲਾ ਦਈਏ ਤੇ ਉਹ ਦੇਸ਼ ਦੇ ਲਈ ਵੀ ਕੁਝ ਚੰਗਾ ਕਰੇਗਾ ਤੇ ਆਪਣੇ ਲਈ ਤਾਂ ਚੰਗਾ ਕਰੂਗਾ ਹੀ। ਤੇ ਅੱਜ ਅਸੀਂ ਗੱਲ ਕੀਤੀ ਹੈ ਨੌਜਵਾਨਾਂ ਦਾ ਅਪਰਾਧਿਕ ਪ੍ਰਵਿਰਤੀਆਂ ਤੋਂ ਬਚਾਅ, ਤੇ ਇਸ ਦੇ ਆਪਾਂ ਰੋਕਥਾਮ ਵੀ ਜਾਣੀ ਕਿ ਆਪਾਂ ਇਹਨਾਂ ਨੂੰ ਕਿਵੇਂ ਰੋਕ ਸਕਦੇ ਹਾਂ, ਤੇ ਇਹਦੇ ਆਪਾਂ ਕਾਰਨ ਵੀ ਜਾਣੇ ਕਿ ਅਪਰਾਧਿਕ ਗਤੀਵਿਧੀਆਂ ਯੁਵਾ ਕਿਉਂ ਕਰਦੇ ਨੇ, ਕਿਵੇਂ ਕਰਦੇ ਨੇ। ਸਾਡੇ ਸਟੂਡੀਓ ਵਿੱਚ ਮੌਜੂਦ ਕਵਲਪ੍ਰੀਤ ਕੌਰ, ਸੌਰਵ ਤੇ ਰਾਜਵਿੰਦਰ ਕੌਰ ਦਾ ਇੱਥੇ ਆਉਣ 'ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਹੁਣ ਮੈਨੂੰ ਪ੍ਰਿਯੰਕਾ ਜੈਨ ਨੂੰ ਦਿਓ ਇਜਾਜ਼ਤ। ਮੁੜ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ। ਧੰਨਵਾਦ। ਨਵੇਂ ਮੁੱਦਿਆਂ ਦੇ ਨਾਲ। ਧੰਨਵਾਦ। ਨਵੇਂ ਮੁੱਦਿਆਂ ਦੇ ਨਾਲ। ਧੰਨਵਾਦ। ਨਵੇਂ ਮੁੱਦਿਆਂ